ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਪਰਮ ਸਤਿਕਾਰਯੋਗ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਸਰਵਣ ਕਰ ਰਹੇ ਸਤਸੰਗੀ ਜਨੋ, ਸਾਰੇ ਰਸਨਾ ਪਵਿੱਤਰ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਦੇਵ ਮਹਾਰਾਜ ਕੀ ਜੈ। ਸ਼੍ਰੀ ਚੰਦਰ ਮਹਾਰਾਜ ਜੀ ਕੀ ਜੈ। ਧੂਣਾ ਸਾਹਿਬ ਜੀ ਕੀ ਜੈ। ਆਪੋ ਆਪਣੇ ਇਸ਼ਟ ਮੁਤਾਬਕ ਜਦੋਂ ਸਤ ਨਾਲ ਜੁੜਨਾ ਹੁੰਦਾ ਹੈ, ਬੰਦਗੀ ਨਾਲ ਜੁੜਨਾ ਹੁੰਦਾ ਹੈ, ਜਿੱਥੋਂ ਕਿਸੇ ਨੂੰ ਦਾਤ ਮਿਲੀ ਹੁੰਦੀ ਹੈ, ਆਪੋ ਆਪਣੀ ਇਸ਼ਟ ਨੂੰ ਹਰ ਕੋਈ ਧਿਆਉਂਦਾ ਹੈ। ਆਪੋ ਆਪਣੇ ਤਰੀਕੇ ਨਾਲ ਉਸ ਪਰਮਾਤਮਾ ਦੀ ਇਬਾਦਤ ਕਰਨ ਤੋਂ ਪਹਿਲਾਂ ਹਰ ਕੋਈ ਆਪਣੇ ਗੁਰਦੇਵ ਨੂੰ ਯਾਦ ਕਰਦਾ ਹੈ। ਇਸੇ ਕਰਕੇ ਵੱਖੋ ਵੱਖਰੇ ਬੋਲੀਆਂ ਵਿੱਚ, ਵੱਖੋ ਵੱਖਰੇ ਪ੍ਰਾਂਤਾਂ ਵਿੱਚ ਆਪੋ ਉਹਦੇ ਤਰੀਕਿਆਂ ਨਾਲ ਸਤਸੰਗ ਕਰਨ ਤੋਂ ਪਹਿਲਾਂ, ਸਤ ਨਾਲ ਜੁੜਨ ਤੋਂ ਪਹਿਲਾਂ, ਬੰਦਗੀ ਕਰਨ ਤੋਂ ਪਹਿਲਾਂ ਆਪਣੇ ਆਪਣੇ ਇਸ਼ਟ ਨੂੰ ਧਿਆਇਆ ਜਾਂਦਾ ਹੈ। ਸੋ ਆਓ, ਕੁਝ ਘੜੀਆਂ ਆਪਾਂ ਨੂੰ ਪ੍ਰਾਪਤ ਹੋਈਆਂ ਨੇ, ਆਪਾਂ ਸਤ ਨੂੰ ਜਾਣਨ ਦਾ ਯਤਨ ਕਰੀਏ। ਆਪਣੇ ਧਿਆਨ ਨੂੰ, ਆਪਣੀ ਸੁਰਤ ਨੂੰ ਇਸ ਗੱਲ ਤੋਂ ਜਾਣੂ ਕਰਵਾਈਏ ਕਿ ਤੂੰ ਸਤ ਤੋਂ ਕਿੰਨੀ ਦੂਰ ਹੈ। ਸਤ ਕਿੱਥੇ ਹੈ, ਝੂਠ ਕੀ ਹੈ, ਸਤ ਕੀ ਹੈ। ਪਹਿਲਾਂ ਬਹੁਤ ਵਾਰੀ ਵਚਨ ਕਰ ਚੁੱਕੇ ਆ, ਜੇ ਸਤ ਹੈ ਤਾਂ ਇਹਦਾ ਮਤਲਬ ਝੂਠ ਵੀ ਹੈ। ਜੇ ਕੋਈ ਅਵਿਨਾਸ਼ੀ ਹੈ ਤੇ ਇਹਦਾ ਮਤਲਬ ਕੋਈ ਨਾਸ਼ ਹੋਣ ਵਾਲਾ ਵੀ ਹੈ। ਸਾਨੂੰ ਸਾਡੇ ਗੁਰਦੇਵ, ਸਾਡੇ ਗੁਰੂ ਸਾਹਿਬਾਨ ਇਹ ਗੱਲ ਦਾ ਉਪਦੇਸ਼ ਕਰਕੇ ਗਏ ਹੈ ਕਿ ਤੁਸੀਂ ਵਿਨਾਸ਼ ਨਾਲ ਨਹੀਂ ਜੁੜਨਾ, ਤੁਸੀਂ ਅਵਿਨਾਸ਼ੀ ਨਾਲ ਜੁੜਨਾ। ਤੁਸੀਂ ਝੂਠ ਨਾਲ ਨਹੀਂ ਜੁੜਨਾ, ਤੁਸੀਂ ਸਤ ਨਾਲ ਜੁੜਨਾ। ਸਤ ਨਾਲ ਕਿਹਦੇ ਨਾਲ ਜੁੜਨਾ? ਸਤ ਨਾਲ। ਤੁਸੀਂ ਅਵਿਨਾਸ਼ੀ ਨਾਲ ਜੁੜਨਾ। ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਇਹ ਜਗ ਆਉਣਾ ਜਾਣਾ ਹੈ, ਇਹ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ, ਦਿਨ ਤੇ ਰਾਤ ਪਲਟਦੇ ਰਹਿੰਦੇ ਨੇ, ਧਰਤੀ ਘੁੰਮਦੀ ਰਹਿੰਦੀ ਹੈ, ਸਮੇਂ ਬਦਲਦੇ ਰਹਿੰਦੇ ਨੇ, ਰੁੱਤਾਂ ਬਦਲਦੀਆਂ ਰਹਿੰਦੀਆਂ ਨੇ। ਰੁੱਤਾਂ ਮੁਤਾਬਕ
ਬਹਾਰਾਂ ਬਦਲਦੀਆਂ ਨੇ, ਬਹਾਰਾਂ ਨਾਲ ਪੰਛੀ ਬਦਲਦੇ ਨੇ, ਆਵਾਜ਼ਾਂ ਬਦਲਦੀਆਂ ਨੇ, ਸੁਰਾਂ ਬਦਲਦੀਆਂ ਨੇ। ਇਹ ਬਦਲਾਵ ਦਾ ਸੰਸਾਰ ਹੈ, ਇੱਥੇ ਬਦਲਾਵ ਹੁੰਦਾ ਰਹਿੰਦਾ ਹੈ। ਜਿਨ੍ਹਾਂ ਲੋਕਾਂ ਨੇ ਅੱਜ ਤੋਂ 100 ਸਾਲ ਪਹਿਲਾਂ ਦਾ ਜੀਵਨ ਵੇਖਿਆ, ਅੱਜ ਤੋਂ 100 ਸਾਲ ਪਹਿਲਾਂ ਦੇ ਸ਼ਹਿਰ, ਗੁਰੂ ਧਾਮ, ਤੀਰਥ, ਮੰਦਰ, ਦਰਿਆ, ਨਦੀਆਂ ਵੇਖੇ, ਉਹ ਅੱਜ ਤੁਹਾਨੂੰ ਇਹ ਦੱਸ ਸਕਦੇ ਹੈ ਕਿ ਅੱਜ ਤੋਂ 80 ਸਾਲ 70 ਸਾਲ ਪਹਿਲਾਂ ਸੰਸਾਰ ਕਿਸ ਤਰ੍ਹਾਂ ਦਾ ਸੀ। ਰੀਤੀ ਰਿਵਾਜ ਵੀ ਬਦਲਦੇ ਹੈ, ਪਹਿਨਾਵਾ ਬਦਲਦਾ ਹੈ, ਪਰ ਜੇ ਨਹੀਂ ਬਦਲਦਾ ਤੇ ਸੱਚ ਨਹੀਂ ਬਦਲਦਾ। ਬਾਕੀ ਕੁੱਲ ਚੀਜ਼ ਬਦਲਦੀ, ਜੇ ਨਹੀਂ ਬਦਲਦਾ ਤੇ ਉਹ ਵਿਨਾਸ਼ੀ ਨਹੀਂ ਬਦਲਦਾ। ਬਾਕੀ ਸਭ ਵਿਨਾਸ਼ ਦੇ ਚੱਕਰ ਵਿੱਚ ਹੈ, ਕਾਲ ਦੇ ਚੱਕਰ ਵਿੱਚ ਹੈ। ਕਾਲ ਕਹਿੰਦੇ ਸਮੇਂ ਨੂੰ। ਕਾਲ, ਕਾਲੇ ਦਾ ਨਾਮ ਵੀ ਸਮਾਂ ਹੀ ਹੈ। ਕਾਲਾ ਮਤਲਬ ਜਿੱਥੇ ਕੁਛ ਨਹੀਂ, ਹਨੇਰਾ, ਜਿਹਦੇ ਵਿੱਚ ਕੁਛ ਨਹੀਂ। ਕਾਲ ਜਿੱਥੇ ਕੁਛ ਨਹੀਂ ਹੈਗਾ, ਹਨੇਰਾ, ਉਹਦੇ ਵਿੱਚ ਕੁਛ ਨਹੀਂ। ਜਿਹੜਾ ਉਸ ਹਨੇਰੇ ਵਿੱਚ ਡਿੱਗ ਪਿਆ, ਜਿਹੜੀ ਆਤਮਾ ਉਸ ਹਨੇਰੇ ਵਿੱਚ ਚਲੀ ਗਈ, ਉਹ ਕਾਲ ਉਹਨੂੰ, ਉਸ ਸਮਾਂ ਨੂੰ, ਉਹ ਖਾਲੀ ਥਾਂ ਨੂੰ ਗਰਸ ਲੈਂਦੀ ਹੈ। ਅਸੀਂ ਉਸ ਖਾਲੀ ਥਾਂ ਤੋਂ, ਉਸ ਕਾਲ ਤੋਂ ਬਚਣਾ। ਇਹ ਕਾਲ ਸਮਾਂ ਬਣਿਆ ਵੱਡਿਆਂ ਵੱਡਿਆਂ ਨੂੰ ਖਾ ਗਿਆ। ਇਤਿਹਾਸ ਦੱਸਦਾ ਹੈ, ਔਰੰਗਜ਼ੇਬ ਆਪਦੇ ਘਰ ਦੇ ਕਈਆਂ ਨੂੰ ਜੇਲ੍ਹਾਂ 'ਚ ਡੱਕ ਕੇ ਤੇ ਕਈ ਕਤਲ ਕਰਕੇ ਬਾਦਸ਼ਾਹ ਬਣਿਆ। ਉਹਨੇ ਆਪਣੇ ਰਾਜ ਦਰਬਾਰ ਵਿੱਚ ਜਿੱਥੋਂ ਤੱਕ ਉਹਦੀ ਵਾਹ ਲੱਗੀ, ਉਹਨੇ ਆਪਣੇ ਹੁਕਮ ਤੋਂ ਬਗੈਰ ਪੱਤਾ ਨਹੀਂ ਹਿੱਲਣ ਦਿੱਤਾ। ਪੱਤਾ ਹਿੱਲਣ ਦਾ ਮਤਲਬ ਕਿ ਉਹਦੇ ਹੁਕਮ ਚੋਂ ਬਾਹਰ ਕੋਈ ਫੈਸਲਾ ਨਹੀਂ ਹੋ ਸਕਦਾ ਸੀ। ਪਰ ਕੁਦਰਤ ਨੇ ਉਹਦਾ ਵੀ ਰੰਗ ਵੇਖਿਆ। ਉਹਨੂੰ ਵੀ ਜਪ ਤਪ ਤੋਂ ਬਾਅਦ ਇਹ ਰਾਜ ਮਿਲਿਆ ਹੋਣਾ। ਤਪੋ ਰਾਜ, ਰਾਜੋਂ ਨਰਕ। ਗੁਰਦੇਵ ਦਾ ਫਰਮਾਨ ਹੈ, ਤਪੋ ਰਾਜ, ਰਾਜੋਂ ਨਰਕ। ਉਹਨੇ ਵੀ ਤਪ ਕੀਤਾ ਹੋਣਾ, ਤਪ ਕਰਕੇ ਰਾਜ ਲਿਆ ਹੋਣਾ, ਕਈ ਪੀੜ੍ਹੀਆਂ ਦਾ ਰਾਜ ਲਿਆ ਹੋਵੇਗਾ। ਪਰ ਜਦੋਂ ਰਾਜ ਮਿਲ ਗਿਆ, ਉਸ ਰਾਜ ਨੂੰ ਪਰਮਾਤਮਾ ਦੀ ਦੇਣ ਨਹੀਂ ਸਮਝਿਆ। ਰੱਬ ਨੂੰ ਮੰਨਣ ਵਾਲਾ ਸੀ, ਦੁਨੀਆ ਦੇ ਵਿੱਚ ਇੱਕ ਧਰਮ ਬਣਾ ਕੇ ਅੱਲਾ ਨੂੰ ਖੁਸ਼ ਕਰਨਾ ਚਾਹੁੰਦਾ ਸੀ, ਪਰ ਸੁਰਤੀ ਬਿਰਤੀ ਗਲਤ ਪਾਸੇ ਖੁੱਲ ਗਈ। ਮਨ ਦੇ ਵਿੱਚ ਜਿਹੜਾ ਫੁਰਨਾ ਸੀ ਉਹ ਗਲਤ ਅਟਕ ਗਿਆ। ਹੰਕਾਰ ਪ੍ਰਬਲ ਹੋ ਗਿਆ, ਨਿਮਰਤਾ ਦਾ ਖਜ਼ਾਨਾ ਗਵਾਚ ਗਿਆ। ਹੰਕਾਰਵਸ਼ ਹੋ ਕੇ ਇੱਕ ਗੱਲ ਜਾਣ ਬੈਠਾ ਕਿ ਜੋ ਪ੍ਰਾਪਤ ਕੀਤਾ ਜਾ ਸਕਦਾ, ਜ਼ੋਰ ਦੇ ਬਲ ਤੇ ਪ੍ਰਾਪਤ ਕੀਤਾ ਜਾ ਸਕਦਾ, ਖੁਦਾ ਦੀ ਰਹਿਮਤ ਨੂੰ ਨਾ ਜਾਣਿਆ, ਆਪਣੇ ਬਲ ਨੂੰ, ਆਪਣੇ ਜ਼ੋਰ ਨੂੰ ਵੱਡਾ ਜਾਣ ਲਿਆ। ਇਹ ਨਹੀਂ ਕਿ ਔਰੰਗਜ਼ੇਬ ਇੱਕੋ ਹੀ ਹੋਇਆ ਹੈ। ਔਰੰਗਜ਼ੇਬ ਬਿਰਤੀ ਅੱਜ ਵੀ ਮੌਜੂਦ ਹੈ ਸੰਸਾਰ ਦੇ ਵਿੱਚ। ਔਰੰਗਜ਼ੇਬ ਇੱਕ ਬਿਰਤੀ ਸੀ, ਇੱਕ ਸੋਚ ਸੀ, ਇੱਕ ਸੁਭਾਅ ਸੀ। ਔਰੰਗਜ਼ੇਬ ਸੁਭਾਅ ਦੇ ਲੋਕ ਦੁਨੀਆ ਤੇ ਅੱਜ ਵੀ ਮੌਜੂਦ ਨੇ, ਪਰਿਵਾਰਾਂ 'ਚ ਮੌਜੂਦ ਨੇ, ਘਰਾਂ ਤੇ ਪਿੰਡਾਂ 'ਚ ਮੌਜੂਦ ਨੇ।
ਤੁਹਾਨੂੰ ਮਿਲ ਜਾਣਗੇ, ਬਰੀਕੀ ਨਾਲ ਵੇਖੋਗੇ। ਹਰ ਚੀਜ਼ ਨੂੰ ਤਾਕਤ ਨਾਲ ਹਥਿਆਉਣਾ ਚਾਹੁੰਦੇ ਨੇ। ਸ਼ਕੁਨੀ ਕੱਲਾ ਮਹਾਭਾਰਤ ਚ ਨਹੀਂ ਹੋਇਆ। ਸ਼ਕੁਨੀ ਇੱਕ ਰਾਜ ਦਰਬਾਰ ਨੂੰ, ਏਡੇ ਵੱਡੇ ਵਸਦੇ ਰਸਦੇ ਪਰਿਵਾਰ ਨੂੰ ਦੋ ਫਾੜ ਕਰ ਦੇਣਾ, ਆਪਣੀਆਂ ਚਾਲਾਂ ਨਾਲ ਹੱਸਦਾ ਵਸਦਾ ਕਿਸੇ ਦਾ ਰਾਜ ਦਰਬਾਰ। ਜਾਣੋ, ਇੱਕ ਪਰਿਵਾਰ ਬੈਠਾ ਸੀ, ਘਰ ਸੀ, ਆਪਣੀਆਂ ਚਾਲਾਂ ਚੱਲ ਕੇ ਤਬਾਹ ਕਰ ਦਿੱਤਾ ਉਹਨੇ ਸਭ ਕੁਛ। ਤੇ ਸ਼ਕੁਨੀ ਜਿਹੜੀ ਸੋਚ ਸੀ ਉਹ ਕਿਤੇ ਚਲੀ ਥੋੜਾ ਗਈ ਹੈ, ਅੱਜ ਵੀ ਹੈਗੀ ਹੈ। ਅੱਜ ਪਰਿਵਾਰਾਂ 'ਚ ਹੈਗੀ ਹੈ, ਪਿੰਡਾਂ 'ਚ ਹੈਗੀ ਹੈ, ਧਾਰਮਿਕ ਸਥਾਨਾਂ ਤੇ ਹੈਗੀ ਹੈ, ਸ਼ਹਿਰਾਂ 'ਚ ਹੈਗੀ ਹੈ। ਰਾਜਿਆਂ ਦੇ ਵੀ ਨੇੜੇ ਤੇੜੇ ਬੜੇ ਸ਼ਕੁਨੀ ਫਿਰਦੇ ਨੇ, ਜਿਹੜੇ ਆਪਣੀ ਗਲਤ ਸਲਾਹ ਦੇ ਕੇ ਉਹਨਾਂ ਨੂੰ ਆਨੰਦ ਹੀ ਇਸੇ ਚੀਜ਼ 'ਚ ਆਉਂਦਾ ਹੈ, ਕਿਸੇ ਨੂੰ ਤੋੜ ਕੇ, ਕਿਸੇ ਨੂੰ ਉਜਾੜ ਕੇ। ਜਿਹੜਾ ਉਹਨਾਂ ਦੀ ਜੀ ਹਜ਼ੂਰੀ ਨਹੀਂ ਕਰਦਾ, ਉਹਨੂੰ ਫਿਰ ਰਾਜ ਦਰਬਾਰ ਦੇ ਵਿੱਚ ਹੁਕਮਰਾਨ ਦੇ ਅੱਗੇ ਆਪਣੀ ਚਾਲ ਦੇ ਵਿੱਚ ਫਸਾ ਕੇ, ਆਪਣੇ ਛੜਯੰਤਰ 'ਚ ਫਸਾ ਕੇ ਆਪਣੀ ਕਲਾ ਦਾ ਜ਼ੋਰ ਵਿਖਾ ਲੈਂਦੇ। ਅੱਜ ਵੀ ਬਹੁਤ ਸਾਰੇ ਡੇਰਿਆਂ ਵਿੱਚ, ਭਵਨਾਂ ਵਿੱਚ, ਧਾਰਮਿਕ ਸਥਾਨਾਂ ਤੇ ਤੁਸੀਂ ਦੇਖੋ ਸ਼ਕੁਨੀ ਘੁੰਮ ਰਹੇ। ਉਹ ਆਪਣੀਆਂ ਚਾਲਾਂ ਦੇ ਨਾਲ ਇੱਕ ਨਾਲ ਦੂਜਾ ਨਹੀਂ ਰਲਣ ਦਿੰਦੇ। ਆਪਦਾ ਉਲੂ ਸਿੱਧਾ ਕਰਨ ਵਾਸਤੇ ਪ੍ਰਬੰਧਕ, ਪ੍ਰਧਾਨ ਜਾਂ ਕਿਸੇ ਸੰਸਥਾ ਦਾ ਸੰਚਾਲਕ, ਡੇਰੇ ਦਾ ਮਾਲਕ, ਉਹਦੇ ਕੋਲ ਜਾ ਕੇ ਐਸੇ ਤਰੀਕੇ ਨਾਲ ਪਾਸਾ ਫੈਂਕਦੇ ਆ। ਪਾਸਾ ਸਮਝਦੇ ਆ, ਜਿਹਦੇ ਨਾਲ ਉਹ ਸ਼ਤਰੰਜ ਖੇਡੀ ਜਾਂਦੀ ਹੈ। ਉਹ ਪਾਸਾ ਫੈਂਕਦੇ ਹੁੰਦੇ ਆ, ਉਹਦੇ ਉੱਤੇ ਨੰਬਰ ਲਿਖੇ ਹੁੰਦੇ ਆ, 1 2 4 6। ਉਹਨੂੰ ਜਦੋਂ ਸਿੱਟਦੇ ਆ ਪਾਸਾ, ਫਿਰ ਉਹ ਐਸੇ ਹਿਸਾਬ ਨਾਲ ਉਹ ਪਾਸਾ ਸਿੱਟਿਆ ਜਾਂਦਾ ਹੈ ਵੀ ਜੋ ਸਿੱਟਣ ਵਾਲਾ ਹੁੰਦਾ ਹੈ ਉਹਦੀ ਕਲਾ ਹੁੰਦੀ ਹੈ ਵੀ ਜਿਹੜਾ ਨੰਬਰ ਉਹਨੇ ਉੱਤੇ ਲਿਆਉਣਾ ਉਹ ਹੀ ਆਉਂਦਾ। ਇਸੇ ਤਰ੍ਹਾਂ ਉਹਨਾਂ ਜੋ ਕਰਾਉਣਾ ਹੁੰਦਾ ਹੈ, ਇਹੋ ਜਿਹੇ ਹਿਸਾਬ ਨਾਲ ਗੱਲ ਜਾ ਕੇ ਮਹਾਂਪੁਰਸ਼ਾਂ ਦੇ ਕੋਲ ਇਹੋ ਜਿਹੇ ਹਿਸਾਬ ਨਾਲ ਗੱਲ ਸਿੱਟਦੇ ਨੇ ਵੀ ਜਿਹੜੀ ਉਹਨਾਂ ਦੀ ਕਲਾ ਹੈ ਉਹਦੇ ਉੱਤੇ, ਪ੍ਰਬੰਧਕ ਉੱਤੇ ਉਹ ਕਲਾ ਵਰਤ ਜਾਏ, ਉਹ ਉਸੇ ਤਰ੍ਹਾਂ ਦਾ ਫੈਸਲਾ ਲੈ ਲੈ। ਰਹੋ ਵਿਚਾਰ। ਔਰੰਗਜ਼ੇਬ ਸੋਚ ਅੱਜ ਵੀ ਹੈਗੀ ਹੈ, ਸ਼ਕੁਨੀ ਸੋਚ ਅੱਜ ਵੀ ਹੈਗੀ ਹੈ। ਤੇ ਦੁਨੀਆ ਜਿੱਤਣ ਸਿਕੰਦਰ ਤੁਰਿਆ ਸੀ, ਅੱਜ ਵੀ ਵੇਖੋ ਕਿਤੇ ਸਬਰ ਸੰਤੋਖ ਦਾ ਕਿਸੇ ਕੋਲ ਦਾਤ ਹੈ। ਅੱਜ ਨਿਗਾਹ ਮਾਰ ਲਈਏ ਆਪਾਂ, ਸਾਈਕਲ ਵਾਲਾ ਇਸ ਗੱਲ ਦੇ ਵਿੱਚ ਤੜਫਦਾ ਪਿਆ ਕਿ ਕਦੋਂ ਸਕੂਟਰ ਆਵੇ। ਕਿਸੇ ਟਾਈਮ ਉਹਦੇ ਕੋਲ ਸਾਈਕਲ ਨਹੀਂ ਸੀ, ਉਹ ਆਂਦਾ ਸੀ ਮੈਨੂੰ ਸਾਈਕਲ ਹੀ ਮਿਲ ਜਾਏ। ਸਾਈਕਲ ਵਾਲਾ ਕਹਿੰਦਾ ਸਕੂਟਰ ਆਵੇ, ਸਕੂਟਰ ਵਾਲਾ ਕਹਿੰਦਾ ਕਾਰ ਆਵੇ, ਕਾਰ ਵਾਲਾ ਕਹਿੰਦਾ ਵੱਡੀ ਕਾਰ ਆਵੇ, ਵੱਡੀ ਤੋਂ ਵੱਡੀ ਆਵੇ, ਮਹਿੰਗੀ ਤੋਂ ਮਹਿੰਗੀ ਆਵੇ, ਵੱਡੀ ਆਵੇ, ਜਹਾਜ਼ ਆ ਜਾਏ। ਜਹਾਜ਼ਾਂ ਦੇ ਵਿੱਚ ਵੀ ਅੱਜ ਕੱਲ ਕਈ ਤਰ੍ਹਾਂ ਦੇ ਜਹਾਜ਼ ਨੇ। ਉਹਨਾਂ ਦਾ ਐਸਾ ਜਹਾਜ਼ ਆਵੇ ਜਿਹਦੇ ਵਿੱਚ ਹੀ ਘਰ ਬਣਿਆ ਹੋਵੇ, ਵਿੱਚ ਬੈੱਡ ਲੱਗੇ ਹੋਣ, ਵਿੱਚ ਹੀ ਸਭ ਕੁਛ ਹੋਵੇ। ਜਹਾਜ਼ਾਂ ਦੇ ਨਾਲ ਫਿਰ ਕਈ ਤਰ੍ਹਾਂ ਦੇ ਐਸ਼ੋ ਆਰਾਮ ਹੋਣ, ਵਿੱਚ ਖਾਣ ਪੀਣ ਨੂੰ, ਭੋਗਣ ਨੂੰ ਸਭ ਕੁਛ ਹੋਵੇ। ਇਹ ਸਿਕੰਦਰ ਸੋਚ ਹੈ। ਸਬਰ ਨਹੀਂ, ਸਬਰ ਨਹੀਂ ਆਇਆ, ਸਬਰ ਨਹੀਂ ਆਇਆ। ਇਹ ਸੋਚ ਹੈ। ਅੱਜ ਵੀ ਸਿਕੰਦਰ ਦੁਨੀਆ ਤੇ ਮੌਜੂਦ ਨੇ, ਅੱਜ ਵੀ ਉਹ ਸੋਚ ਮੌਜੂਦ ਹੈ।
ਇਹ ਪੰਜ ਜੋ ਸਾਧਨ ਬੰਦੇ ਨੂੰ ਮਿਲੇ ਸੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜਾਂ ਦੀ ਸੋਚ ਦੇ ਵਿੱਚੋਂ ਹੀ ਔਰੰਗਜ਼ੇਬ ਪੈਦਾ ਹੁੰਦਾ ਹੈ, ਇਹਦੇ ਵਿੱਚੋਂ ਹੀ ਸ਼ਕੁਨੀ ਪੈਦਾ ਹੁੰਦਾ ਹੈ, ਇਹਦੇ ਵਿੱਚੋਂ ਹੀ ਸਿਕੰਦਰ ਪੈਦਾ ਹੁੰਦਾ ਹੈ, ਇਹਦੇ ਵਿੱਚੋਂ ਹੀ ਬਲਾਤਕਾਰੀ ਪੈਦਾ ਹੁੰਦਾ ਹੈ, ਇਹਦੇ ਵਿੱਚੋਂ ਹੀ ਡਾਕੂ ਤੇ ਚੋਰ ਪੈਦਾ ਹੁੰਦਾ ਹੈ। ਜਦੋਂ ਕਿਸੇ ਚੀਜ਼ ਦੀ ਵਰਤੋਂ ਸਹੀ ਨਾ ਕੀਤੀ ਜਾਵੇ, ਜਾਣੋ ਤੁਹਾਨੂੰ ਕਿਸੇ ਨੇ ਪਾਣੀ ਦਿੱਤਾ, ਮੰਨ ਲਓ ਨਹਿਰੀ ਪਾਣੀ ਲਾਉਣੇ ਆਪਾਂ ਫਸਲਾਂ ਨੂੰ, ਕਿਸੇ ਦਾ 20 ਮਿੰਟ ਪਾਣੀ ਸੀ, 15 ਮਿੰਟ ਪਾਣੀ ਫਾਲਤੂ ਸੀ, ਉਹਨੇ ਕਿਹਾ ਮੇਰਾ 15 ਮਿੰਟ ਪਾਣੀ ਤੂੰ ਲਾ ਲਾ। 15 ਮਿੰਟ ਉਹਦਾ ਸੀ, ਜਗ੍ਹਾ ਸੀ ਉਹਦੇ ਕੋਲ ਥੋੜੀ, ਮੰਨੋ ਅੱਧਾ ਕਿੱਲਾ, ਉਹਨੇ ਆਪਦਾ 15 ਮਿੰਟ ਵੀ ਉਹਦੇ ਚ ਪਾ ਲਿਆ, ਉਸੇ ਅੱਧੇ ਕਿੱਲੇ ਨੂੰ ਲਾ ਲਿਆ, ਤੇ ਜਿਹੜਾ 15 ਮਿੰਟ ਕਿਸੇ ਹੋਰ ਦਾ ਸੀ ਉਹ ਵੀ ਪਾ ਲਿਆ। ਹੁਣ ਹੋਇਆ ਕੀ, ਜਿਹੜੀ ਫਸਲ ਦੀਆਂ ਜੜਾਂ ਗਿੱਲੀਆਂ ਕਰਨੀਆਂ ਸੀ ਕੇਵਲ, ਉਹ ਫਸਲ ਉਹ ਪਾਣੀ ਦੇ ਵਿੱਚ ਲੁਕ ਗਈ, ਉੱਤੋਂ ਪੈ ਗਿਆ ਮੀਂਹ, ਉਹ ਫਸਲ ਹੀ ਬਰਬਾਦ ਹੋ ਗਈ, ਉਹ ਫਸਲ ਬਰਬਾਦ ਹੋ ਗਈ। ਲਾਲਚ ਹੋ ਗਿਆ ਨਾ, ਸਬਰ ਨਹੀਂ ਸੀ, ਨਹੀਂ ਭਾਈ ਮੈਨੂੰ ਤਾਂ 10 ਮਿੰਟ ਹੀ ਪਾਣੀ ਮੇਰੇ ਕੋਲ ਹੈਗਾ, ਮੇਰੇ ਖੇਤ ਨੂੰ 10 ਹੀ ਮਿੰਟ ਪਾਣੀ ਚਾਹੀਦਾ, ਮੈਂ ਤੇਰਾ ਪਾਣੀ ਨਹੀਂ ਲੈਣਾ। ਜਾਂ ਜੇ ਕੋਈ ਪਾਣੀ ਲਾਉਣ ਨਹੀਂ ਆਇਆ ਤੇ ਉਹਨੂੰ ਸੁਨੇਹਾ ਦੇ ਦੇਣਾ, ਭਾਈ ਤੂੰ ਆਪਦਾ ਪਾਣੀ ਲਾ ਲੈ, ਮੈਨੂੰ ਪਾਣੀ ਤੇਰਾ ਨਹੀਂ ਚਾਹੀਦਾ। ਕਿਸੇ ਨੂੰ ਦਿੱਤੀ ਆਪਾਂ ਅੱਗ, ਲੈ ਭਾਈ ਇਹਦੇ ਤੇ ਭੋਜਨ ਪਕਾ ਕੇ ਖਾ ਲੈ, ਗੈਸ ਦਾ ਸਿਲੰਡਰ ਦੇਤਾ ਮੰਨ ਲਓ, ਹੁਣ ਉਹਨੂੰ ਵਰਤੋਂ ਨਹੀਂ ਕਰਨੀ ਆਈ, ਉਹ ਉਸ ਅੱਗ ਨਾਲ ਕੀ ਹੋਇਆ, ਹੱਥ ਝੁਲਸ ਕੇ ਬਹਿ ਗਿਆ, ਆਪਣਾ ਆਪ ਸਾੜ ਲਿਆ। ਕਈਆਂ ਨੇ ਆਪਦੇ ਹੱਥ ਸਾੜੇ, ਕਈ ਆਪਣਾ ਆਪ ਸੜ ਗਏ, ਕਈਆਂ ਨੇ ਘਰ ਸਾੜਿਆ, ਕਈਆਂ ਨੇ ਪੂਰਾ ਟੱਬਰ ਹੀ ਸਾੜਿਆ। ਹੁਣ ਜਦੋਂ ਤੱਕ ਪਾਣੀ ਟੂਟੀ 'ਚ ਰਵੇ, ਨਲਕੇ 'ਚ ਰਵੇ, ਤੇ ਤੁਹਾਡਾ ਸੇਵਾਦਾਰ ਹੈ, ਤੇ ਜਦੋਂ ਪਾਣੀ ਹਾੜ ਬਣ ਜਾਏ, ਬਾੜ ਬਣ ਜਾਏ, ਆਪਦਾ ਭਿਆਨਕ ਰੂਪ ਅਖਤਿਆਰ ਕਰ ਲੈ, ਤੇ ਵਿਨਾਸ਼ ਦਾ ਕਾਰਨ ਬਣਦਾ ਹੈ। ਉਹ ਅੱਗ ਚੁੱਲ੍ਹੇ 'ਚ ਰਵੇ, ਬਰਨਲ 'ਚ ਰਵੇ, ਤੇ ਤੁਹਾਡੀ ਸੇਵਾ ਕਰਦੀ ਏ। ਉਹੀ ਅੱਗ ਜਦੋਂ ਤੁਸੀਂ ਘਰ ਨੂੰ ਲਾ ਲਓ ਬੇਸਮਝੀ ਨਾਲ, ਸਿਕੰਦਰ ਤੇ ਔਰੰਗਜ਼ੇਬ ਬਣ ਜਾਓ, ਉਹੀ ਕਾਮ ਤੁਹਾਡੀ ਅੰਸ਼ ਵੰਸ਼ ਵਧਾਉਂਦਾ ਹੈ, ਤੁਹਾਨੂੰ ਧੀਆਂ ਤੇ ਪੁੱਤਰ ਦਿੰਦਾ ਸੇਵਾ ਕਰਨ ਵਾਸਤੇ। ਅੱਗੇ ਤੁਹਾਡਾ ਨਾਮ ਰੋਸ਼ਨ ਹੁੰਦਾ, ਸੰਤ ਤੇ ਭਗਤ ਫਕੀਰ ਪੈਦਾ ਕਰਦਾ, ਸੇਵਾਦਾਰ ਰਾਜੇ ਪੈਦਾ ਕਰਦਾ ਹੈ। ਉਹੀ ਕਾਮ ਅੱਗ ਲਾ ਦਿੰਦਾ ਹੈ, ਬਲਾਤਕਾਰੀ ਬਣਾ ਦਿੰਦਾ ਹੈ। ਉਹੀ ਲੋਭ ਇੱਕ ਜਪਜੀ ਸਾਹਿਬ ਦੀ ਜਗ੍ਹਾ ਤੇ 5 ਕਰ ਲੈ, ਇੱਕ ਸੁਖਮਣੀ ਸਾਹਿਬ ਦੀ ਜਗ੍ਹਾ ਤੇ 2 ਕਰ ਲੈ, ਇੱਕ ਸੁਖਮਣੀ ਸਾਹਿਬ ਕਰਕੇ ਫਿਰ ਉਹਦੀ ਵਿਆਖਿਆ ਕਰ ਲੈ, ਅੱਧਾ ਘੰਟਾ ਸਿਮਰਨ ਦੀ ਜਗ੍ਹਾ ਤੇ ਘੰਟਾ ਕਰ ਲੈ, ਦਿਹਾੜੀ 'ਚ 2 ਵਾਰੀ ਬੈਠਾ, 4 ਵਾਰੀ ਬਹਿ ਜਾ। ਉਹੀ ਲੋਭ ਨੇ ਤੈਨੂੰ ਪਰਮੇਸ਼ਰ ਮਿਲਾ ਦੇਣਾ ਸੀ, ਰੱਬ ਮਿਲਾ ਦੇਣਾ ਸੀ, ਲੱਗੀ ਜਨਮਾਂ ਦੀ ਮੈਲ ਕੱਟ ਦੇਣੀ ਸੀ। ਉਸੇ ਲੋਭ ਨਾਲ ਤੂੰ ਕੀ ਕੀ ਇਕੱਠਾ ਕਰ ਲਿਆ। ਲੋਹੇ ਦੇ ਚਣੇ ਲੈ ਆਇਆ, ਜਿਹੜੇ ਨਾ ਹਜਮ ਹੋਣੇ ਨੇ, ਨਾ ਚੱਬੇ ਜਾਣੇ ਨੇ, ਬਗਾਨਾ ਦੂਜੇ ਦਾ ਹੱਕ ਮਾਰ ਲਿਆ ਹੈ, ਲਾਲਚ ਕਰ ਲਿਆ। ਬਣਦਾ ਤੇਰੇ 10 ਰੁਪਏ ਸੀ, ਲੈ ਆਇਆ ਤੂੰ 100, 9 ਦਾ ਹਿੱਸਾ ਹੋਰ ਲੈ ਆਇਆ ਆਪਣੇ ਘਰ ਦੇ ਵਿੱਚ। ਉਹ 9 ਦਾ ਹਿੱਸਾ ਖਾ ਕੇ ਤੇਰੇ ਬੱਚੇ ਤੇਰੀ ਸੇਵਾ ਕਰਨਗੇ, ਤੇਰਾ ਗਲ ਘੁੱਟਣਗੇ।
ਉਹ ਨਵਾਂ ਦਾ ਹਿੱਸਾ ਖਾ ਕੇ ਠੱਗ ਸੋਚਦਾ ਮੈਂ ਠੱਗੀ ਮਾਰ ਕੇ ਮੈਂ ਬੜਾ ਹੁਸ਼ਿਆਰ ਬਣਿਆ, ਮੈਂ ਆਪਣੇ ਘਰ ਨੂੰ ਸਿਆਣਾ। ਉਹਨੂੰ ਇਹ ਨਹੀਂ ਪਤਾ ਇਹ ਜਿਹੜਾ ਮੇਰੇ ਕਰਮਾਂ ਦਾ ਇਹ ਠੱਗੀ ਉਹ ਵੀ ਲੈ ਜਾਏਗੀ, ਇਹ ਉਹ ਵੀ ਲੈ ਜਾਂਦੀ ਹੈ। ਜੀਵਨ 'ਚ ਐਸਾ ਵੇਖਿਆ, ਐਸਾ ਵੇਖਿਆ, ਜਾਣਿਆ ਇਸ ਗੱਲ ਨੂੰ ਬੜੇ ਨੇੜੇ ਹੋ ਕੇ, ਬੇਈਮਾਨੀ ਦਾ ਧਨ, ਚੋਰੀ ਦਾ ਧਨ, ਠੱਗੀ ਦਾ ਧਨ ਪਾਰ ਨਹੀਂ ਲਾਉਂਦਾ। ਇਹ ਵਿਖਣ ਦੇ ਵਿੱਚ ਹੀ ਵੱਡਾ ਸਾਰਾ ਢਿੱਗ ਲੱਗਦਾ ਪੈਸਿਆਂ ਦਾ। ਇਹ ਨਿਰਾ ਬਰੂਦ ਹੁੰਦਾ, ਨਿਰਾ ਬਰੂਦ। ਇਹਦੇ ਨਾਲੋਂ ਲੋਕੋ ਭੁੱਖ ਚੰਗੀ, ਫਾਕਾ ਚੰਗਿਆ, ਵਰਤ ਰੱਖਿਆ ਚੰਗਾ। ਪਰਮਾਤਮਾ ਦੀ ਇਬਾਦਤ 'ਚ ਰਹੇਗਾ, ਸ਼ੁਕਰਾਨੇ 'ਚ ਰਹੇਗਾ। ਜੇ ਥੋੜਾ ਹੈ ਤੇ ਰੱਬ ਤੋਂ ਮੰਗ, ਲੋਭ ਦਾ ਸਹਾਰਾ ਨਾ ਲੈ, ਲਾਲਚ ਦਾ ਸਹਾਰਾ ਨਾ ਲੈ। ਇਹ ਪੰਜਾਂ ਨੇ ਜੀਵਨ ਗਵਾ ਦਿੱਤਾ ਹੈ। ਇਹ ਪੰਜਾਂ ਦੀ ਵਰਤੋਂ ਕਰਨ ਵਾਸਤੇ ਉਪਦੇਸ਼ ਕਰਦੀ ਹੈ ਬਾਣੀ। ਇਹ ਪੰਜਾਂ ਦੀ ਵਰਤੋਂ ਸਿਖਾਉਂਦੇ ਨੇ ਸੰਤ, ਇਹ ਪੰਜਾਂ ਦੀ ਵਰਤੋਂ ਸਿਖਾਉਂਦੇ ਨੇ ਗੁਰੂ, ਇਹ ਪੰਜਾਂ ਦੀ ਵਰਤੋਂ ਸਿਖਾਉਂਦੇ ਨੇ ਵੇਦ, ਇਹ ਪੰਜਾਂ ਦੀ ਵਰਤੋਂ ਸਿਖਾਉਂਦੇ ਨੇ ਸ਼ਾਸਤਰ, ਇਹ ਪੰਜਾਂ ਦੀ ਵਰਤੋਂ ਕਰਾਉਣੀ ਸਿਖਾਉਂਦੀ ਹੈ ਗੀਤਾ, ਇਹ ਪੰਜਾਂ ਦੀ ਵਰਤੋਂ ਕਰਨੀ ਸਿਖਾਉਂਦੀ ਹੈ ਰਾਮਾਇਣ। ਸਾਰੇ ਧਰਮ ਗ੍ਰੰਥ, ਕੁਰਾਨ, ਬਾਈਬਲ, ਇਹ ਪੰਜਾਂ ਦੀ ਵਰਤੋਂ ਹੀ ਤਾਂ ਸਿਖਾ ਰਹੀ ਹੈ। ਉਹ ਜਿਹੜੇ ਲਾਲਚ ਪਿੱਛੇ ਲੱਗ ਗਏ, ਜਿਹੜੇ ਸੰਸਾਰ ਨੂੰ ਆਪਣਾ ਸਮਝੀ ਬੈਠਾ, ਤੂੰ ਸੰਸਾਰ ਦੀ ਗੱਲ ਕਰਦੇ ਆ ਬੰਦਿਆ, ਤੇਰਾ ਤਾਂ ਸਰੀਰ ਆਉਂਦਾ ਨਹੀਂ ਹੈਗਾ। ਕਿਆ ਬਾਤ ਕਰ ਰਹੇ ਹੋ? ਉਹ ਤੂੰ ਧੀਆਂ ਤੇ ਪੁੱਤਰਾਂ ਤੇ ਮਕਾਨ ਨੂੰ ਉਹਦਾ ਸਮਝੀ ਬੈਠਾ ਬੰਦਿਆ, ਤੇਰਾ ਤਾਂ ਸਾਹ ਉਹਦਾ ਨਹੀਂ ਹੈਗਾ। ਆਕਸੀਜਨ ਭਾਵੇਂ ਤੈਨੂੰ ਫ੍ਰੀ ਪੇ ਮਿਲਦੀ ਏ, ਉਹ ਜਦੋਂ ਅੰਦਰ ਖਿੱਚਣ ਵਾਲਾ ਹੀ ਨਾ ਰਿਹਾ ਤੇ ਆਕਸੀਜਨ ਕਿਵੇਂ ਧੱਕੇਗਾ ਅੰਦਰ? ਵੈਂਟੀਲੇਟਰ ਤੇ ਲੱਗੇ ਬੰਦੇ ਕਿਤੇ ਜੀਂਦੇ ਰਹਿੰਦੇ ਨੇ। ਜਦੋਂ ਪੰਛੀ ਉਡਾਰੀ ਮਾਰ ਜਾਂਦਾ, ਜਦੋਂ ਪੰਛੀ ਉਡਾਰੀ ਮਾਰ ਜਾਂਦਾ, ਜਦੋਂ ਰੱਬ ਦੇ ਘਰੋਂ ਸਮਾਂ ਮੁੱਕ ਜਾਂਦਾ, ਫਿਰ ਇਹ ਮਸ਼ੀਨਾਂ ਕੰਮ ਨਹੀਂ ਆਉਂਦੀਆਂ, ਫਿਰ ਇਹ ਸਿਲੰਡਰ ਕੰਮ ਨਹੀਂ ਆਉਂਦੇ। ਇਹ ਤਾਂ ਖੁਦਾ ਦਇਆ ਕਰੇ, ਰਹਿਮਤ ਕਰੇ। ਜਦੋਂ ਤੱਕ ਜੀਵਨ ਦਾ ਗਿਆਨ ਨਹੀਂ ਆਉਂਦਾ, ਕਾਰਜ ਪੂਰਾ ਨਹੀਂ ਹੁੰਦਾ, ਸੱਚ ਤੋਂ ਜਾਣੂ ਨਹੀਂ ਹੁੰਦਾ, ਝੂਠ ਦਾ ਗਿਆਨ ਨਹੀਂ ਹੁੰਦਾ, ਇਸ ਮਨੁੱਖਾ ਜੀਵਨ ਦਾ ਮਨੋਰਥ ਜਦੋਂ ਤੱਕ ਪ੍ਰਾਪਤ ਨਹੀਂ ਹੁੰਦਾ, ਉਦੋਂ ਤੱਕ ਰੱਬ ਹੀ ਸਾਹ ਦੇਵੇ, ਉਦੋਂ ਤੱਕ ਉਹਦੀ ਆਕਸੀਜਨ ਨਾਲ ਹੀ ਜੀਏ ਬੰਦਾ। ਉਦੋਂ ਤੱਕ ਵੈਂਟੀਲੇਟਰ ਦੀ ਜਗ੍ਹਾ ਨਾ ਲੋੜ ਨਾ ਪਵੇ, ਉਦੋਂ ਤੱਕ ਸਾਡਾ ਇਹ ਜਿਹੜਾ ਦਿਲ ਹੈ ਇਹਦੇ 'ਚ ਇੰਨੀ ਤਾਕਤ ਹੋਵੇ। ਸਾਡੇ ਜਿਹੜੇ ਫੇਫੜੇ ਲਾਏ ਆ ਪਰਮਾਤਮਾ ਨੇ, ਪੱਕੇ ਵੈਂਟੀਲੇਟਰ ਲਾਏ ਆ 2, ਇਹ ਹੀ ਸਾਹ ਖਿੱਚਦੇ ਰਹਿਣ ਤੇ ਛੱਡਦੇ ਰਹਿਣ। ਰੱਬਾ ਦਇਆ ਕਰੀ, ਮਿਹਰ ਕਰੀ, ਕਿਸੇ ਮਾੜੇ ਨੂੰ ਇਸ ਵੈਂਟੀਲੇਟਰ ਤੇ ਨਾ ਪਾਈ। ਮਾੜੇ ਇਹ ਆਕਸੀਜਨ ਦਾ ਮੁਹਤਾਜ ਕਿਸੇ ਬੁਰੇ ਤੋਂ ਬੁਰੇ ਬੰਦੇ ਨੂੰ ਨਾ ਬਣਾਈ। ਮੈਂ ਵੇਖਿਆ ਪਿੱਛੇ ਜੇ ਮੈਨੂੰ ਕੁਝ ਦਿਨ ਹਸਪਤਾਲ ਵਿੱਚ ਰਹਿਣ ਦਾ, ਉੱਥੇ ਸਾਡੇ ਸੰਤ ਬਿਮਾਰ ਸੀ, ਰਹਿਣ ਦਾ ਮੌਕਾ ਮਿਲਿਆ। ਓਏ ਹੋਏ ਹੋਏ, ਇੰਨਾ ਬੁਰਾ ਹਾਲ, ਸਵਾਸ ਸਵਾਸ ਇਹ ਅੰਦਰੋਂ ਦੁਆ ਨਿਕਲਦੀ ਰਹੀ, ਪਰਮਾਤਮਾ ਮਿਹਰ ਕਰੀ, ਦਇਆ ਕਰੀ, ਦਇਆ ਕਰੀ। ਇੱਥੇ ਆਉਣ ਤੋਂ ਪਹਿਲਾਂ ਸੋਝੀ ਨਹੀਂ ਬੰਦੇ ਨੂੰ ਕਿ ਬੰਦਿਆ, ਇਹ ਜੀਵ ਤੂੰ ਆਪਣੇ ਆਪ ਨੂੰ ਭਾਵੇਂ ਕਿੱਡਾ ਬਲੀ ਸਮਝਦਾ,
ਤੂੰ ਆਪਣੇ ਆਪ ਨੂੰ ਕਿੱਡਾ ਸਿਆਣਾ ਸਮਝਦਾ ਹੈ, ਤੂੰ ਜੀਵਨ ਦਾਤਾ ਸਮਝਦਾ ਹੈ। ਖਿਆਲ ਰੱਖੀ, ਕਾਨੂੰਨ ਤੇਰੇ ਲਈ ਵੀ ਉਨਾ ਹੀ ਹੈ, ਕਾਨੂੰਨ ਗਰੀਬ ਲਈ ਵੀ ਉਨਾ ਹੀ ਹੈ, ਕਾਨੂੰਨ ਰਾਜੇ ਲਈ ਵੀ ਉਹੀ ਹੈ, ਕਾਨੂੰਨ ਬਾਦਸ਼ਾਹ ਲਈ ਵੀ ਉਹੀ ਹੈ, ਤੇ ਕਾਨੂੰਨ ਸੰਤ ਲਈ ਵੀ ਉਹੀ ਹੈ। ਕਾਨੂੰਨ ਨਹੀਂ ਲਿਹਾਜ਼ ਕਰਦਾ, ਦੁਨਿਆਵੀ ਕਾਨੂੰਨ ਦੀਆਂ ਅੱਖਾਂ 'ਚ ਤੂੰ ਘਟਾ ਪਾ ਸਕਦਾ ਹੈ। ਦੁਨਿਆਵੀ ਲੋਕਾਂ ਨੂੰ ਤੂੰ ਸਟੇਜ ਦੇ ਉੱਤੇ ਬਹਿ ਕੇ ਜਾਂ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਸਕਦਾ ਹੈ। ਉਹ ਖੁਦਾ ਦਾ ਕਾਨੂੰਨ ਕਿਸੇ ਨੂੰ ਨਹੀਂ ਬਖਸ਼ਦਾ, ਨਹੀਂ ਬਖਸ਼ਦਾ, ਇਹ ਨਹੀਂ ਬਖਸ਼ਦਾ। ਰੱਬ ਰਹਿਮ ਕਰੇ, ਦਇਆ ਕਰੇ, ਸਾਨੂੰ ਕੁਦਰਤੀ ਆਕਸੀਜਨ ਮਿਲੇ, ਅਸੀਂ ਇਸ ਆਕਸੀਜਨ ਦੇ ਮੁਤਾਜ ਨਾ ਹੋਈਏ, ਨਾ ਹੋਈਏ। ਇਹਦੇ ਨਾਲੋਂ ਸਰੀਰ ਦਾ ਤਿਆਗ ਚੰਗਾ, ਸਰੀਰ ਦਾ ਤਿਆਗ ਚੰਗਾ। ਇਹ ਬੁਰੇ ਕਰਮਾਂ ਦੀ ਭਾਰੀ ਨਿਸ਼ਾਨੀ ਹੈ। ਇਹ ਜੀਂਦੇ ਜਾਗਦੇ ਜਲਾਦ ਨੇ, ਜਿਨ੍ਹਾਂ ਦੇ ਹੱਥਾਂ ਵਿੱਚ ਤੁਹਾਡੀ ਦੇਹ ਜਾ ਪੈਂਦੀ ਹੈ। ਦੇਹ ਦੇ ਵਿੱਚ ਹਲੇ ਤੁਹਾਡਾ ਸਮਾਂ ਪਿਆ ਹੁੰਦਾ ਹੈ, ਸਰੀਰ ਦੇ ਵਿੱਚ ਸਵਾਸ ਹੁੰਦੇ ਨੇ, ਪਰ ਤੁਸੀਂ ਜਲਾਦਾਂ ਦੇ ਵਸ ਪੈ ਜਾਂਦੇ ਹੋ। ਇਹ ਬੜਾ ਮਾੜਾ ਹੈ, ਬਹੁਤ ਮਾੜਾ ਹੈ, ਬਹੁਤ ਮਾੜਾ ਹੈ। ਸਮਾਂ ਚੱਲ ਰਿਹਾ ਕਰੋਨਾ ਦਾ, ਜਾ ਕੇ ਵੇਖੋ ਕੀ ਬਣ ਰਿਹਾ। ਕਿਸੇ ਦਾ ਮਜ਼ਾਕ ਨਾ ਉਡਾਈਏ, ਕਿਸੇ ਬਿਮਾਰ ਦਾ ਉਹਨੂੰ ਸ਼ਬਦ ਅਪਸ਼ਬਦ ਨਾ ਬੋਲੀਏ। ਦੁਆ ਕਰੀਏ, ਅਰਦਾਸ ਕਰੀਏ, ਪ੍ਰਮਾਤਮਾ ਸੋਝੀ ਦੇ, ਜਿਹੜੇ ਬਚੇ ਨੇ ਉਹਨਾਂ ਨੂੰ ਗਿਆਨ ਦੇ। ਇਹ ਬਿਮਾਰੀਆਂ ਐਵੇਂ ਨਹੀਂ ਆਉਂਦੀਆਂ, ਇਹ ਕਰਮ ਬਣਦੇ ਨੇ, ਕਰਮ, ਇਹ ਕਰਮ ਬਣਦੇ ਨੇ। ਜਦੋਂ ਬੰਦਾ ਐਸੇ ਕਰਮ ਕਰਦਾ, ਜਦੋਂ ਇਹ ਸਰੀਰ ਨਾਲ ਗਲਤ ਕੰਮ ਕਰਦਾ, ਜਦੋਂ ਇਸ ਮਨ ਬੁੱਧੀ ਨਾਲ ਛੜਯੰਤਰ ਰਚਦਾ, ਜਦੋਂ ਸ਼ਕਨੀ ਦਾ ਦਿਮਾਗ ਚੱਲਦਾ, ਫਿਰ ਪ੍ਰਮਾਤਮਾ ਉਹੀ ਕਰਦਾ ਜੋ ਔਰੰਗਜ਼ੇਬ ਨਾਲ ਹੋਇਆ। ਫਿਰ ਪ੍ਰਮਾਤਮਾ ਉਹੀ ਕਰਦਾ ਜੋ ਸ਼ਕਨੀ ਨਾਲ ਹੋਇਆ। ਫਿਰ ਉਸ ਸੋਚ ਦਾ ਅੰਤ ਵੀ ਵੇਖੋ ਕੀ ਹੁੰਦਾ। ਫਿਰ ਵੇਖੋ ਉਹਨਾਂ ਦਾ ਅੰਤ ਕੀ ਹੁੰਦਾ। ਭਾਵੇਂ ਔਰੰਗਜ਼ੇਬ ਨੇ ਇੱਕ ਬੜੇ ਤਕੜੇ ਔਲੀਏ ਦੇ ਨਾਲ ਆਪਣੀ ਕਬਰ ਖੁਦਾਈ, ਪਰ ਉਸ ਔਲੀਆ, ਉਹ ਪੈਗੰਬਰ, ਉਹਦੀ ਪੂਜਾ ਹੁੰਦੀ ਹੈ, ਤੇ ਔਰੰਗਜ਼ੇਬ ਦੀ ਸਮਾਧ ਦੇ ਉੱਤੇ, ਉਹਦੀ ਮੜੀ ਦੇ ਉੱਤੇ ਜਿਹੜਾ ਵੀ ਜਾਂਦਾ ਉੱਥੇ ਛਿੱਤਰ ਮਾਰਦਾ। ਭਾਵੇਂ ਉਹ ਨਿੰਦਣਯੋਗ ਗੱਲ ਹੈ, ਉਹਦੇ ਨਾਲ ਕੋਈ ਲਾਭ ਨਹੀਂ ਹੈ, ਪਰ ਦੁਨੀਆ ਨੂੰ ਦੱਸਣ ਵਾਸਤੇ ਇੱਕ ਗੱਲ ਚੰਗੀ ਵੀ ਹੈ ਕਿ ਭਾਈ ਬੁਰਾਈ ਤੋਂ ਬਚਿਓ। ਇੱਥੇ ਮਰਿਆਂ ਨੂੰ ਵੀ ਲੋਕ ਛਿੱਤਰਾਂ ਨਾਲ ਕੁੱਟਦੇ ਨੇ, ਇੱਥੇ ਮੜੀਆਂ ਵੀ ਕੁੱਟੀਆਂ ਜਾ ਸਕਦੀਆਂ। ਉਸ ਸੋਚ ਤੋਂ ਬਚਣ ਵਾਸਤੇ ਤੁਹਾਨੂੰ ਗਿਆਨ ਦੇ ਰਹੀ ਗੁਰਬਾਣੀ, ਸ਼ਸਤਰ ਸ਼ਾਸਤਰ ਗਿਆਨ ਦੇ ਰਹੇ। ਸੱਚ ਕੀ ਹੈ? ਸੱਚ ਤੁਹਾਡੀ ਆਤਮਾ ਸੱਚ ਹੈ। ਕਦੇ ਕਿਸੇ ਨੇ ਆਤਮਾ ਮਰਦੀ ਵੇਖੀ? ਆਤਮਾ, ਸਰੀਰ ਮਰਦਾ, ਆਤਮਾ ਨਹੀਂ ਮਰਦੀ। ਥੋੜਾ ਜਿਹਾ ਹੁਣ ਧਿਆਨ ਬਰੀਕ ਕਰ ਲਓ। ਆਪਾਂ ਸੰਸਾਰ ਦੀ ਗੱਲ ਕਰ ਲਈਏ, ਤੁਹਾਨੂੰ ਗਿਆਨ ਦਵਾ ਦਿੱਤਾ ਹੈ ਵੀ ਇਹ ਪੰਜੇ, ਇਹਨਾਂ ਪੰਜਾਂ ਦੇ ਵਿੱਚੋਂ ਔਰੰਗਜ਼ੇਬ, ਇਹਨਾਂ ਪੰਜਾਂ ਚੋਂ ਬਲਾਤਕਾਰੀ, ਹੰਕਾਰੀ, ਹਉਮੈ, ਲੋਭੀ, ਠੱਗ, ਇਹਦੇ ਵਿੱਚੋਂ ਪੈਦਾ ਹੁੰਦੇ ਨੇ। ਹੁਣ ਸੁਣੋ ਸੰਤ ਕਿਵੇਂ ਬਣਦਾ, ਹੁਣ ਸੁਣੋ ਸੱਚ ਕਿਵੇਂ ਬਣਦਾ ਹੈ। ਉਹ ਅਬਿਨਾਸ਼ੀ ਪੁਰਖ, ਕਦੇ ਨਾ ਵਿਨਾਸ਼ ਹੋਣ ਵਾਲੇ ਪੁਰਖ ਦਾ ਰੁਤਬਾ ਕਿਵੇਂ ਮਿਲਦਾ। ਦੂਜਾ ਪੱਖ ਵਿਚਾਰ ਲਈਏ। ਮੇਰੇ ਗੁਰਦੇਵ ਕਹਿੰਦੇ ਹੁੰਦੇ ਸੀ, ਜੇ ਸੱਚ ਦੀ ਵਿਆਖਿਆ ਕਰਨੀ ਹੈ ਤੇ ਪਹਿਲਾਂ ਝੂਠ ਦੀ ਵਿਆਖਿਆ ਕਰਿਆ ਕਰ। ਉਹਨਾਂ ਸਿਖਾਇਆ ਮੈਨੂੰ
ਕਿ ਪਹਿਲਾਂ ਝੂਠ ਦੀ ਵਿਆਖਿਆ ਕਰ, ਫਿਰ ਸੱਚ ਸਮਝਾਏਗਾ। ਕਿਵੇਂ ਸਮਝਾਏਗਾ? ਇਹ ਪੰਜਾਂ ਤੋਂ ਝੂਠ ਪੈਦਾ ਹੁੰਦਾ, ਵਿਕਾਰ ਪੈਦਾ ਹੁੰਦੇ। ਹੁਣ ਸੱਚ ਕਿਵੇਂ ਪੈਦਾ ਹੁੰਦਾ ਹੈ? ਸੱਚਾ ਕਿਵੇਂ ਬਣਨਾ ਹੈ? ਸੱਚਾ ਬਣਨਾ ਬੋਧ ਨਾਲ। ਹੁਣ ਆਪਾਂ ਨੂੰ ਪਰਮੇਸ਼ਰ ਨੇ ਬੁੱਧੀ ਦਿੱਤੀ ਤੇ ਆਪਾਂ ਔਰੰਗਜ਼ੇਬ ਦੇ ਜੀਵਨ ਤੇ ਝਾਤ ਮਾਰ ਕੇ ਰਿਜ਼ਲਟ ਕੱਢਿਆ ਨਾ ਵੀ ਉਹਨੇ ਆਪਦੇ ਰਾਜ ਵਿੱਚ ਬੁਰਾ ਕੀਤਾ। ਸਿਕੰਦਰ ਦੁਨੀਆ ਦਾ ਕਤਲੇਆਮ ਕਰਦਾ ਰਿਹਾ ਆਪਦਾ ਰਾਜ ਦੁਨੀਆ ਤੇ ਬਣਾਉਣ ਵਾਸਤੇ। ਇੱਕ ਵਾਰੀ ਸਿਕੰਦਰ ਨੂੰ ਇੱਕ ਫਕੀਰ ਮਿਲ ਗਿਆ ਰਸਤੇ 'ਚ। ਅਗਲੀ ਵਿਚਾਰ ਆਪਾਂ ਕਰਦੇ ਹਾਂ। ਉਹ ਫਕੀਰ ਮਿਲ ਗਿਆ ਤੇ ਫਕੀਰ ਕਹਿਣ ਲੱਗਾ ਸਿਕੰਦਰ ਨੂੰ, ਸਿਕੰਦਰ ਆ ਤੈਨੂੰ ਮੈਂ ਸਕੂਨ ਦੇ ਦਿਆਂ, ਆਰਾਮ ਦੇ ਦਿਆਂ, ਤੈਨੂੰ ਸ਼ਾਂਤੀ ਦੇ ਦਿਆਂ। ਤੂੰ ਕਿੱਥੇ ਮਾਰ ਧਾੜ ਕਰਦਾ? ਉਹਨਾਂ ਦੀ ਆਪਸ ਵਿੱਚ ਕਾਫੀ ਗੱਲਬਾਤ ਹੋਈ। ਇੱਕ ਤੱਟ ਦੇ ਉੱਤੇ, ਇੱਕ ਨਦੀ ਦੇ ਕਿਨਾਰੇ ਦੇ ਉੱਤੇ ਫਕੀਰ ਛੋਟੀ ਜਿਹੀ ਕੁੱਲੀ ਪਾ ਕੇ ਰੇਤੇ ਦੇ ਉੱਤੇ ਆਪਣਾ ਆਨੰਦ ਲੈ ਰਿਹਾ, ਬੰਦਗੀ ਕਰ ਰਿਹਾ, ਸਿਮਰਨ ਕਰ ਰਿਹਾ ਬੜੇ ਸਕੂਨ ਨਾਲ। ਤੇ ਉਹਨੂੰ ਕਹਿਣ ਲੱਗਾ ਵੀ ਤੂੰ ਕਿੱਥੇ ਭੱਜਿਆ ਫਿਰਦਾ? ਆ ਦੇਖ ਮੈਂ ਆਨੰਦ ਨਾਲ ਪਿਆ। ਤੂੰ ਇਹ ਜਿਹੜਾ ਇੰਨਾ ਸਭ ਕੁਝ ਕਰਦਾ ਫਿਰਦਾ ਕਾਹਦੇ ਵਾਸਤੇ ਕਰਦਾ ਫਿਰਦਾ? ਕਹਿੰਦਾ ਇੱਕ ਮਨ ਦੀ ਸੰਤੁਸ਼ਟੀ ਵਾਸਤੇ। ਮੈਂ ਜਦੋਂ ਪੂਰੀ ਦੁਨੀਆ ਨੂੰ ਜਿੱਤ ਲਵਾਂਗਾ ਫਿਰ ਕੀ ਕਰੇਗਾ? ਕਹਿੰਦਾ ਫਿਰ ਮੈਂ ਆਰਾਮ ਨਾਲ ਸਾਰੀ ਦੁਨੀਆ ਤੇ ਰਾਜ ਕਰਾਂਗਾ, ਫਿਰ ਮੈਂ ਆਰਾਮ ਨਾਲ ਟਿਕ ਜਾਵਾਂਗਾ। ਉਹ ਕਹਿਣ ਲੱਗਾ ਆ ਜਾ, ਇੰਨਾ ਕਤਲੇਆਮ ਕਰਨ ਦੀ ਕੀ ਲੋੜ ਹੈ? ਮੈਂ ਤੈਨੂੰ ਉਵੇਂ ਆਰਾਮ ਦੇ ਦਿੰਦਾ, ਇੱਥੇ ਆ ਪੈ ਮੇਰੇ ਨਾਲ, ਦੇਖ ਮੈਂ ਦੁਨੀਆ ਦਾ ਰਾਜਾ, ਸ੍ਰਿਸ਼ਟੀ ਦਾ ਰਾਜਾ, ਪਰਮੇਸ਼ਰ ਨਾਲ ਇੱਕ ਹੋਇਆ। ਇੱਥੋਂ ਬੈਠਾ ਜੋ ਕਵਾਂ ਹੋ ਜਾਂਦਾ ਹੈ। ਗੁਰੂ ਕੀ ਬਾਣੀ ਵੀ ਕਹਿੰਦੀ ਹੈ ਰਾਜਾ ਸਗਲੀ ਸ੍ਰਿਸ਼ਟ ਕਾ। ਭਾਵੇਂ ਉਹਦੀ ਟੁੱਟੀ ਹੋਈ ਝੋਪੜੀ ਏ, ਕੱਪੜੇ ਉਹਦੇ ਭਾਵੇਂ ਪਾਟੇ ਹੋਏ ਨੇ, ਪਰ ਉਹ ਇੰਨੀ ਤਾਕਤ ਰੱਖਦਾ ਹੈ ਕਿ ਦੁਨੀਆ ਦੇ ਕਿਸੇ ਵੀ ਦੇਸ਼ ਦਾ ਰਾਜ ਇੱਕ ਪਲ 'ਚ ਬਦਲ ਦਿੰਦਾ। ਫਕੀਰ, ਸਾਧੂ, ਮਹਾਤਮਾ। ਜਦੋਂ ਉਹਨੇ ਗੱਲ ਛੋਟੀ ਕਰੀ, ਉਹਨੇ ਪੂਰਾ ਉਹਦਾ ਵਿਚਾਰ ਹੋਈ ਤੇ ਕਹਿਣ ਲੱਗਾ, ਕਹਿੰਦਾ ਸਾਧੂ ਮੇਰੇ ਅੰਦਰ ਜਿਹੜੀ ਅੱਗ ਲੱਗੀ ਉਹ ਬੜੀ ਪ੍ਰਬਲ ਹੈ। ਤੇਰੀਆਂ ਗੱਲਾਂ, ਤੇਰੇ ਬਚਨ ਉਸ ਅੱਗ ਨੂੰ ਬੁਝਾ ਨਹੀਂ ਸਕਦੇ। ਮੈਂ ਇੱਕ ਨਿਸ਼ਚਾ ਕਰਕੇ ਤੁਰਿਆ ਤੇ ਬੜਾ ਸਫ਼ਰ ਕਰ ਰਿਹਾ ਹਾਂ ਤੇ ਮੇਰਾ ਥੋੜਾ ਰਹਿੰਦਾ ਹੈ। ਮੈਂ ਉਸ ਸਫ਼ਰ ਨੂੰ ਨਿਕਲਣਾ ਹੈ। ਮੈਂ ਤੇਰਾ ਬਚਨ, ਤੇਰੀ ਗੱਲ ਨੂੰ ਨਹੀਂ ਮੰਨ ਸਕਦਾ। ਹਾਂ, ਕਹਿੰਦਾ ਮੈਂ ਉਸ ਖੁਦਾ ਅੱਗੇ, ਕਹਿੰਦਾ ਮੈਂ ਤੇਰੇ ਜੀਵਨ ਤੋਂ, ਤੇਰੇ ਬਚਨਾਂ ਤੋਂ ਇੰਨਾ ਪ੍ਰਭਾਵਿਤ ਹੋਇਆ, ਮੈਂ ਅਰਦਾਸ ਕਰਦਾ ਉਸ ਅੱਲਾ ਅੱਗੇ, ਖੁਦਾ ਅੱਗੇ, ਪਰਮਾਤਮਾ ਗੋਡ ਅੱਗੇ, ਪਰਮਾਤਮਾ ਜਦੋਂ ਮੈਨੂੰ ਅਗਲਾ ਜੀਵਨ ਦੇਈ ਤੇ ਐਸ ਸਾਧੂ ਵਰਗਾ ਦੇਈ। ਮੰਨਦੇ ਸਾਰੇ ਕਿ ਜੀਵਨ ਸਾਧੂ ਹੋਣਾ ਚਾਹੀਦਾ ਹੈ, ਮਹਾਤਮਾ ਹੋਣਾ ਚਾਹੀਦਾ ਹੈ, ਭਲਾ ਹੋਣਾ ਚਾਹੀਦਾ ਹੈ। ਬੁਰੇ ਤੋਂ ਬੁਰਾ ਬੰਦਾ ਵੀ ਚਾਹੁੰਦਾ ਹੈ ਮੈਂ ਬਦਲ ਜਾ, ਪਰ ਉਹ ਜਿਹੜੇ ਬੁਰੇ ਕਰਮ ਨੇ ਜਦੋਂ ਤੱਕ ਨਹੀਂ ਛੱਡਦਾ ਉਦੋਂ ਤੱਕ ਉਹ ਬਦਲਿਆ ਨਹੀਂ ਜਾਂਦਾ। ਜੇ ਉਸ ਕਰਮ ਨੂੰ ਛੱਡਦਾ, ਸਿਕੰਦਰ ਛੱਡ ਦਿੰਦਾ ਕਰਮ ਨੂੰ ਵੀ ਨਹੀਂ, ਬਸ ਸਾਧੂ ਮਿਲ ਗਿਆ, ਹੁਣ ਇੱਥੇ ਬੰਦਗੀ ਭਗਤੀ ਕਰਾਂਗੇ, ਦੇ ਨਾਲ ਜੀਵਨ ਗੁਜ਼ਾਰਾਂਗੇ, ਉਹਦੀ ਸੇਵਾ ਸਿਮਰਨ ਕਰਦਾ, ਉਹਦੇ ਨਾਲ ਰਹਿੰਦਾ, ਕਰਮ ਬਦਲ ਜਾਂਦਾ। ਕਰਮ ਕਤਲੋ ਗਾਰਤ ਵਾਲਾ, ਦੂਜੇ ਦੇ ਰਾਜ ਤੇ ਹਮਲਾ ਕਰਨਾ, ਆਪਦੀਆਂ ਫੌਜਾਂ ਵੀ ਮਰਵਾਉਣੀਆਂ ਤੇ ਅਗਲੇ ਦੀਆਂ ਵੀ ਮਾਰਨੀਆਂ, ਘਰ ਬੈਠਿਆਂ ਨੂੰ ਜਾ ਕੇ ਉਹਨਾਂ ਤੇ ਹਮਲਾ ਕਰ ਦੇਣਾ, ਇਹ ਕਰਮ ਕਿਤੇ ਸ਼ਾਂਤੀ ਨਾਲ ਬਹਿਣ ਦਿੰਦਾ ਸ਼ਕੁਨੀ ਨੂੰ, ਔਰੰਗਜ਼ੇਬ ਨੂੰ?
नहीं बहन देना, कर्म नहीं है ना। कर्म तो सहज उपजना है, सहज गल्लां नाल नहीं होना, सहज ने कर्म तो उपजना। जिदा कर्म करोगे सहज वाला ते सहज उपजेगा। ते कहन लगा साधुआ दस तेरे लिए मैं की कर दिया। वो कहंदा तू मेरे लिए की कर सकदा है। वो चढ़दे पासे खलोता सी, सूरज दा ठंड दे दिन सी, ओदी धुप रोकी खड़ा सी सिकंदर। आंदा इन्नी कृपा कर तू अगों पासे हो जा, धुप आउण दे, मैं आनंद लै रहा जीवन दा, मैनू आनंद लैन दे। मैं उस परमात्मा दी इबादत जुड़िया होया, मैं उस रब दी याद च जुड़िया होया, मेरी याद विच खलर ना पा। तू मेरे लिए की कर सकदा है? तू तो अपने आप लिए नहीं कुछ कर सकदा, तू मेरे लिए की करेगा? जा, चला जा। सच नू जानना, साधु बनना, संत बनना, कोई मने ना मने अपना होका देना, पर पहला आप सच नाल जुड़ना। मरदा कौन है? आपां कहने आ इहदा देहांत हो गया, आत्मा मरदी नहीं। जे परमात्मा दी जोत कहने हैं तो जोत ही मर गई, तो फिर तो रब मर गया। मन तो जोत स्वरूप है, वो तो मालिक की जोत है, वो कैसे मरेगी? वो नहीं मरेगी। वो वखरी गल है कि ओदे कर्म जेड़ा ओदे नाल सब कॉन्शियस माइंड है, जेड़ा ओदा औरा है, ਉਹਨੂੰ ਵਾਰ-ਵਾਰ ਜਨਮਾਂ ਦੇ ਵਿੱਚ ਘਸੀਟੀ ਫਿਰਦਾ ਹੈ, ਵਾਰ-ਵਾਰ ਜੂਨਾਂ 'ਚ ਲਈ ਫਿਰਦਾ ਹੈ, ਪਰ ਜੋਤ ਦਾ ਕਦੇ ਅੰਤ ਨਹੀਂ ਹੁੰਦਾ। ਆਮ ਆਪਾਂ ਕਹਿੰਦੇ ਆ ਕੀ ਹੋ ਗਿਆ? ਕਹਿੰਦੇ ਦੇਹਾਂਤ ਹੋ ਗਿਆ। ਇਹਦੇ ਅਰਥ ਕੱਢੋ, ਦੇਹਾਂਤ ਦਾ ਕੀ ਅਰਥ ਨਿਕਲਦਾ ਹੈ? ਦੇਹਾਂਤ ਦਾ ਅਰਥ ਨਿਕਲਦਾ ਹੈ ਦੇਹ ਦਾ ਅੰਤ ਹੋ ਗਿਆ। ਇਹ ਜਿਹੜਾ ਸਰੀਰ ਸੀ, इस शरीर का अंत हो गया, देह अंत हो गया, देहांत, देह का अंत हो गया। आपां कहने आ ये पूरा हो गया, कहने का मतलब ਉਹਦਾ सफर पूरा हो गया। ਉਹਨੂੰ जिन्ने साह सी ਉਹਦੇ पूरे हो गए, ये पूरा हो गया। आत्मा मरदी नहीं, आत्मा सदैव काल है। आत्मा अपने कर्मा अनुसार अपना चोला बदलती है। आप धार्मिक जगत कहने इन्हें चोला छड़ दिता, कहने दा भाव चोला पुराना हो गया, ये चोला ला दिता है, हुण ये आत्मा कोई नवा चोला धारण करेगी जाके। पर वारी मिली मनुख दी, इस जीवन नूं लगी जन्मां दी मैल कटनी है। जानो किवें कटोगे? वो मैल नूं, उस गुनाहां नूं, वो जो जाने अणजाने दियां पिछले जन्मां दे विच जो साडे तो औगुण गुनाह होए ने, उस हिसाब किताब नूं किवें मुकाया जाएगा? साडा अंतःकरण मैला है, आत्मा शुद्ध है। पहला भी दस्सिया सी आत्मा दा प्रकाश जदों अंतःकरण ते पैंदा है, जिद्दां दा अंतःकरण हुंदा है उदां दा फिर अगे मन बन जांदा है। मन गुनाह करदा है, जानो अंदर नूं, अंदर मालिक दी जोत है। जिन्ने भी ग्रंथ मैं हले तक, जिन्ने भी धर्मां दा, जिन्ने भी संतां साधुआं तो ज्ञान लिया है, वो सारे इक्को ही उन्हां ने रस्ता दस्सिया है कि अंतर तेरे निधान है, बाहर वस्त ना पार। मन तू जोत स्वरूप है, अपना मूल पछाण, अपने अंदर दी मैल नूं धोना, अपने अंदर दे सिस्टम नूं जानना,
ਅਸੀਂ ਅਣਜਾਣੇ ਦੇ ਵਿੱਚ ਆਪਣੇ ਸਰੀਰ ਨੂੰ ਮੈਂ ਜਾਣੀ ਬੈਠੇ ਆ। ਇਹ ਸਰੀਰ ਮੇਰਾ, ਇਹ ਘਰ ਮੇਰਾ, ਇਹ ਸੰਸਾਰ ਮੇਰਾ, ਇਹ ਦੇਸ਼ ਮੇਰਾ, ਇਹ ਲੋਕ ਮੇਰੇ, ਬਿਆਦਰੀ ਮੇਰੀ, ਇਹ ਧਰਮ ਮੇਰਾ, ਇਹ ਗ੍ਰੰਥ ਮੇਰਾ, ਇਹ ਗੁਰੂ ਮੇਰਾ। ਕਦੇ ਇਹ ਸੋਚਿਆ ਹੀ ਨਹੀਂ ਇਹ ਜਿਹੜਾ ਸਰੀਰ ਹੈ ਇਹ ਮੇਰਾ ਹੈ। ਜੇ ਇਹ ਸਰੀਰ ਤੁਹਾਡਾ ਹੈ ਫਿਰ ਤੁਸੀਂ ਇਹਨੂੰ ਛੱਡ ਕੇ ਜਾਂਦੇ ਕਿਉਂ? ਜੇ ਇਹ ਘਰ ਤੁਹਾਡਾ ਹੈ ਫਿਰ ਤੁਸੀਂ ਇਹਨੂੰ ਛੱਡ ਕੇ ਜਾਂਦੇ ਕਿਉਂ? ਸਾਡੇ ਦਾਦੇ ਪੜਦਾਦੇ ਕਿਉਂ ਗਏ? ਜੇ ਜ਼ਮੀਨ ਉਹਨਾਂ ਦੀ ਸੀ, ਜੇ ਘਰ ਉਹਨਾਂ ਦਾ ਸੀ, ਸਰੀਰ ਉਹਨਾਂ ਦਾ ਸੀ, ਕਿੱਥੇ ਗਏ ਹੋ? ਇਹ ਭੁਲੇਖਾ ਕੱਢੋ। ਤੁਸੀਂ ਕੀ ਹੋ? ਜਿਹਨੂੰ ਤੁਸੀਂ ਮੈਂ ਕਹਿੰਦੇ ਹੋ ਉਹ ਕੀ ਹੈ? ਜਿਹੜੀ ਮਰਦੀ ਨਹੀਂ ਉਹ ਕੀ ਹੈ? ਜੋ ਮਰ ਜਾਂਦਾ ਹੈ, ਜੋ ਮਿਟ ਜਾਂਦਾ ਹੈ, ਜੋ ਵਿਨਾਸ਼ੀ ਹੈ। ਆਪਣਾ ਵਿਸ਼ਾ ਕੀ ਸੀ? ਉਹ ਅਵਿਨਾਸ਼ੀ ਪੁਰਖ ਹੈ। ਇੱਕ ਵਿਨਾਸ਼ੀ ਹੈ, ਇੱਕ ਵਿਨਾਸ਼ਕਾਰੀ ਹੈ, ਇੱਕ ਅਵਿਨਾਸ਼ੀ ਹੈ। ਹੁਣ ਵਿਨਾਸ਼ਕਾਰੀ ਕੀ ਹੈ ਤੇ ਅਵਿਨਾਸ਼ੀ ਕੀ ਹੈ, ਇਹਦਾ ਨਿਰਣਾ ਕਰੋ। ਜੋ ਜੰਮਦਾ ਹੈ ਤੇ ਮਰ ਜਾਂਦਾ ਹੈ, ਜੋ ਜੰਮਦਾ ਹੈ ਤੇ ਮਰ ਜਾਂਦਾ ਹੈ, ਜੋ ਪੈਦਾ ਹੁੰਦਾ ਹੈ ਤੇ ਖਤਮ ਹੋ ਜਾਂਦਾ ਹੈ, ਜੋ ਬਣਦਾ ਹੈ ਢੱਠ ਜਾਂਦਾ ਹੈ। ਮਿੱਟੀ ਦਾ ਬਣਿਆ ਹੋਇਆ ਘੜਾ ਵਿਨਾਸ਼ੀ ਨਹੀਂ ਹੈ, ਉਹ ਵਿਨਾਸ਼ੀ ਹੈ, ਉਹ ਕਾਲ ਚ ਹੈ। ਉਹਨੇ ਅੱਜ ਨਹੀਂ ਤੇ ਕੱਲ ਟੁੱਟਣਾ ਹੈ। ਉਹਨੇ ਅੱਜ ਨਹੀਂ ਤੇ ਕੱਲ ਉਹਦੀ ਅਵਧੀ ਖਤਮ ਹੋਣੀ ਹੈ। ਤੁਸੀਂ ਮਕਾਨ ਬਣਾਇਆ ਹੈ, ਕਿੰਨੀ ਉਮਰ ਗਿਣਦੇ ਹੋ ਇਸ ਮਕਾਨ ਦੀ? 200, 500, 1000 ਸਾਲ। ਜਿਹੜੇ ਅੱਜ ਤੁਹਾਨੂੰ ਥੇ ਬਣੇ ਮਿਲਦੇ ਨੇ, ਵੱਡੇ ਵੱਡੇ ਮੈਲਟ ਹੋਏ ਹੋਏ ਜਿਹੜੇ ਸ਼ਹਿਰ ਮਿਲਦੇ ਨੇ, ਉੱਥੇ ਬਣੇ ਪਏ ਨੇ, ਉਹ ਵੀ ਕਿਸੇ ਦਿਨ ਤੁਹਾਡੇ ਵਰਗੇ ਮਕਾਨ ਸੀ। ਉਹਨਾਂ ਦੇ ਵਿੱਚ ਵੀ ਛੋਟੇ ਛੋਟੇ ਬੱਚਿਆਂ ਦੀਆਂ ਚਿੰਕਾਰੀਆਂ ਗੂੰਜਦੀਆਂ ਸੀ। ਉਹਨਾਂ ਵਿੱਚ ਵੀ ਮਾਵਾਂ ਬੈਠੀਆਂ ਆਵਾਜ਼ਾਂ ਮਾਰਦੀਆਂ ਸੀ, ਆ ਜਾ ਪੁੱਤਰ ਰੋਟੀ ਖਾ ਲੈ। ਉਹਨਾਂ ਵਿੱਚ ਵੀ ਕਿਸੇ ਟਾਈਮ ਵਿਆਹਾਂ ਦੇ ਗੀਤ ਗੂੰਜਦੇ ਸੀ। ਉਹਨਾਂ ਦੇ ਵਿੱਚ ਵੀ ਕਿਸੇ ਦਿਨ ਗਾਉਣ ਨਿਕਲਦੇ ਸੀ, ਸੁਹਾਗ ਤੇ ਘੋੜੀਆਂ ਗਾਈਆਂ ਜਾਂਦੀਆਂ ਸੀ। ਅੱਜ ਵੇਖੋ ਉਹ ਮੈਲਟ ਹੋਏ ਪਏ। ਮੈਲਟ ਭਾਵ ਥੇ ਬਣ ਗਏ। ਸਮਾਂ ਭਾਵੇਂ ਵੱਖੋ ਵੱਖਰੇ ਤਰੀਕੇ ਨਾਲ ਨਿਕਲਦਾ ਹੈ, ਕਾਲ ਨਿਕਲਦਾ ਹੈ, ਪਰ ਨਿਕਲਦਾ ਸਭ ਨੂੰ। ਐਸੀ ਕੋਈ ਦੁਨੀਆ ਦੇ ਵਿੱਚ ਚੀਜ਼ ਨਹੀਂ ਬਣੀ ਜਿਹਨੂੰ ਸਮਾਂ ਨਿਕਲਦਾ ਨਹੀਂ, ਜਿਹਨੂੰ ਖਾਂਦਾ ਨਹੀਂ। ਇਸੇ ਤਰ੍ਹਾਂ ਉਹਨੇ ਬੰਦਿਆ ਤੇਰੇ ਸਰੀਰ ਨੂੰ ਵੀ ਖਾ ਜਾਣਾ। ਤੇਰੇ 'ਚ ਬਚਪਨ ਆਇਆ, ਤੂੰ ਰੋਕ ਕਿਉਂ ਨਾ ਲਿਆ? ਚਲੋ ਬਚਪਨ 'ਚ ਤਾਂ ਬੰਦਾ ਅਸੀਂ ਕੀ ਅਣਜਾਣ ਹੁੰਦਾ ਜੀ, ਸਮਝ ਨਹੀਂ ਹੁੰਦੀ। ਜਦੋਂ ਜਵਾਨੀ ਆਈ ਉਦੋਂ ਤਾਂ ਤੇਰੇ 'ਚ ਤਾਕਤ ਆ ਗਈ ਸੀ ਨਾ, ਸਮਝ ਆ ਗਈ ਸੀ। ਬਤੇਰਾ ਕੱਲਾ ਕੱਲਾ ਵਾਲ ਚਿੱਟਾ ਕੱਢ ਕੇ ਦਾੜੀ ਦੇ ਵਿੱਚੋਂ ਤੇ ਰੰਗ ਰੰਗ ਕੇ ਬਤੇਰੇ ਕੋਸ਼ਿਸ਼ ਕੀਤੀ ਵੀ ਰੁਕ ਜਾਏ, ਇੱਥੇ ਰੁਕ ਜਾਏ, ਰੁਕ ਜਾਏ, ਰੁਕ ਜਾਏ, ਰੁਕ ਜਾਏ। ਫਿਰ ਰੁਕਿਆ, ਤੀਜੇ ਦਿਨ ਜੜਾਂ ਚਿੱਟੀਆਂ ਹੋ ਜਾਂਦੀਆਂ, ਫਿਰ ਕਾਲੇ ਲਾਉਂਦਾ, ਫਿਰ ਜੜਾਂ ਚਿੱਟੀਆਂ ਹੋ। ਹੁਣ ਬੁਢੇਪੇ ਤੋਂ ਅੱਗੇ ਮੌਤ ਹੈ, ਇੱਥੇ ਰੋਕ ਲੈ। ਹੁਣ ਤਾਂ ਤੇਰੇ ਕੋਲ ਤਜਰਬਾ ਵੀ ਬੜਾ ਹੋ ਗਿਆ, ਰੋਕ ਇੱਥੇ ਆਪਣੇ ਆਪ ਨੂੰ। ਰੋਕ ਲੈ, ਨਹੀਂ ਰੁਕਦਾ, ਨਹੀਂ ਰੁਕਦਾ। ਇਹ ਸਮਾਂ ਇਹ ਨਿਕਲ ਗਿਆ ਸਭ ਨੂੰ, ਪਰ ਇਹ ਕੱਲਾ ਤੈਨੂੰ ਨਹੀਂ ਨਿਕਲ ਰਿਹਾ। ਇਹ ਚਾਰੇ ਖਾਣੀਆਂ ਦੇ ਵਿੱਚ ਜੋ ਪੈਦਾ ਹੋਇਆ, ਚਾਰੇ ਖਾਣੀਆਂ 'ਚ ਜਿੰਨੀਆਂ ਜੂਨੀਆਂ ਨੇ, ਅੰਡਜ, ਜੇਰਜ, ਸੇਤਜ, ਉਤਪਜ, ਤਿੰਨਾਂ ਖਾਣੀਆਂ ਨੂੰ ਖਤਮ ਕਰ ਦਿੱਤਾ।
ਆਂਦੇ ਨੇ ਬੋੜ ਦੇ ਪੇੜ ਦੀ ਬੜੀ ਉਮਰ ਹੁੰਦੀ ਹੈ, ਪਰ ਇੱਕ ਦਿਨ ਬੋੜ ਵੀ ਸੁੱਕਦਾ ਹੈ, ਉਹਦਾ ਵੀ ਅੰਤ ਆਉਂਦਾ ਹੈ। ਆਂਦੇ ਨੇ ਸੱਪ ਦੀ ਬੜੀ ਉਮਰ ਹੈ, ਇੱਕ ਦਿਨ ਉਹ ਵੀ ਮੁੱਕਦਾ ਹੈ। ਆਪਾਂ ਵੇਖੇ ਕਈ ਸੱਪ ਮਰੇ ਪਏ, ਕਈ ਨੂੰ ਕੋਈ ਮਾਰ ਜਾਂਦਾ, ਜੀਆਂ ਕਾ ਜੀ ਹਾਰ ਹੈ, ਕਿਸੇ ਨੂੰ ਸੱਪ ਖਾ ਜਾਂਦਾ, ਕੋਈ ਸੱਪ ਨੂੰ ਖਾ ਜਾਂਦਾ। ਆ ਸੱਪ ਤੇ ਬਾਜ ਦੀ ਲੜਾਈ ਵੇਖੀ ਹੈ, ਸੱਪ ਠੂੰਗਾ ਮਾਰ ਮਾਰ ਕੇ ਬਾਜ ਉਹਨੂੰ ਖਾ ਜਾਂਦਾ। ਇਹ ਚੱਲਦਾ ਰਹਿੰਦਾ ਕਾਲ ਦਾ ਚੱਕਰ। ਹੁਣ ਤੂੰ ਇਹਦੇ ਵਿੱਚੋਂ ਵਿਨਾਸ਼ ਦੇ ਵਿੱਚੋਂ ਅਵਨਾਸ਼ੀ ਕਿਵੇਂ ਬਣਨਾ ਹੈ? ਤੈਨੂੰ ਦੁਬਾਰਾ ਮਰਨਾ ਨਾ ਪਵੇ, ਤੈਨੂੰ ਜੂਨੀ ਨਾ ਲੈਣੀ ਪਵੇ। ਤੂੰ ਅਵਨਾਸ਼ੀ ਪੁਰਖ ਕਿਵੇਂ ਬਣੇਗਾ? ਤੂੰ ਪਰਮੇਸ਼ਰ ਦਾ ਰੂਪ ਕਿੱਦਾਂ ਬਣੇਗਾ? ਤੂੰ ਕਾਲ ਤੋਂ ਕਿਵੇਂ ਬਚੇਗਾ? ਅਕਾਲ ਮੂਰਤ, ਤੂੰ ਕਾਲ ਦੇ ਵਿੱਚੋਂ ਨਿਕਲ, ਇਹਦੇ ਵਿੱਚੋਂ ਕਿੱਦਾਂ ਨਿਕਲੇਗਾ? ਸਭ ਤੋਂ ਪਹਿਲਾਂ ਜਾਣ कि मैं ब्रह्म हूं, मैं ब्रह्म हूं। अगर मैं ब्रह्म हूं तो फिर मैं जूनियों में क्यों हूं? मैं बार बार क्यों मरता हूं? भगवान जी समझो, अगर मैं ब्रह्म हूं तो मैं बार बार क्यों मरता हूं? मैं बार बार ये जूनियां क्यों लेता हूं? मैं वार वार इन्हां जुनियां दे विच आके जन्म क्यों लेना? कदे पुत्र बनदा, फिर पोतरा बनदा, फिर कोड़मियां दे विच वार वार जन्म लई जांदा। संत अतर सिंह महाराज दा जीवन पढ़ो, वो दसदे है 9 ਜਾਂ शायद 13 इस तरह करके उन्होंने गिनती दिती है। कहंदे इन्ने जन्म लगे सानू, पर उस खुदा उस परमात्मा दी रहमत ਅਸੀਂ हर जन्म थोड़ी थोड़ी मैल धोंदे गए, धोंदे गए, धोंदे गए, धोंदे गए, धोंदे गए, धोंदे गए। कहंदे एक दिन वो आ गया, अज परमात्मा ने रहम कीती, उन्हें अपना रूप दे दिता, उन्हें अपना रहन लई घर दे दिता, उन्हें सोझी दे दिती, उन्हें अपना बना लिया। जिहड़ा रविदास महाराज जी कहंदे ने ना कि बड़े जन्मां दा विछड़े इस बार मिला लै, इस बार मिला लिया उन्हें। फिर उन्होंने आपदी कथा व्याख्यान की, फिर उन्होंने आपदी जीवनी लिखाई। उन्हें क्या हुण एक सिलसिला खत्म हो गया, खत्म हो गया। हुण अविनाशी पुरख बन गए हैं। हुण खैड़ा छुट गया जूना तो, मुक्त जींदे जी होया जाएगा। जिहड़ा तुहानू आ भरम पाता पुजारीवाद ने कि मरे तो बाद तुसी आ कराओ ते तुहाडी गति हो जाएगी, मुक्ति हो जाएगी। जानदे ही हो तुसी, सारी उम्र बंदे ने बद कर्म कीते, माड़े कर्म कीते, ते एक बिस्तरा दिते, थोड़ा जिहा पैसे दिते, थोड़ा जिहा कर्म कांड करिया। जे मुक्ति हुंदी होवे, गति हुंदी होवे, फिर कौन रातां नूं 3-3 बजे उठ के स्नान करे, 1 बजे उठ के स्नान करे, बंदगी करे, सिमरन करे? रातां दी नींद कौन गवाएगा? क्यों एडे एडे ग्रंथ लिखे पे ने? फिर ये तो सारे झूठे हो जाएंगे। ऐसा नहीं है। ਆਪਾਂ ਇਹਨਾਂ ਗੱਲਾਂ ਵਿੱਚ ਸਮਾਂ ਨਹੀਂ ਗਵਾਉਣਾ। ਤੁਸੀਂ ਸਾਰੇ ਜਾਣਦੇ ਹੋ, ਤੁਸੀਂ ਘੜਾ ਨਹੀਂ ਹੋ, ਤੁਸੀਂ ਸਰੀਰ ਨਹੀਂ ਹੋ। ਇਹ ਸਰੀਰ ਤੁਹਾਨੂੰ ਬਹੁਤ ਵਾਰੀ ਮਿਲ ਚੁੱਕਿਆ, ਬਹੁਤ ਵਾਰੀ ਤੁਹਾਡੇ ਕੋਲੋਂ ਗਵਾ ਚੁੱਕਿਆ ਸਰੀਰ। ਐਸੇ ਕਾਰਨ ਬਹੁਤ ਵਸਾਏ, ਬੜੀ ਵਾਰੀ ਆਏ, ਬੜੇ ਜਨਮ ਲਏ ਨੇ, ਪਰ ਫਿਰ ਵਾਰੀ ਗਵਾ ਲੈਂਦੇ ਹੋ, ਫਿਰ ਦੇਹਾਂਤ ਹੋ ਜਾਂਦਾ ਹੈ, काम फिर अधूरा रह जाता है। हुण अरदास करो परमात्मा अगे, मेहनत करो, ज्ञान लो, सोझी लो। मैं ब्रह्म हूं कर्मों की वजह से, कर्मां दी मार खांदा जूनिया दे विच मैं अपना समा भोगदा फिरदा।
ਆਉਣਾ ਚਲਾ ਜਾਣਾ, ਆਉਣਾ ਚਲਾ ਜਾਣਾ। ਕੀ ਕਰਨਾ ਹੈ? ਆਪਣੇ ਆਪ ਨੂੰ ਜਾਣਨਾ ਹੈ। ਜਾਣਿਆ ਕਿੱਦਾਂ ਜਾਏਗਾ? ਕੋਈ ਮਸ਼ੀਨ, ਦੂਰਬੀਨ, ਐਕਸਰੇ ਨਾਲ ਜਾਣਿਆ ਜਾਏਗਾ? ਨਹੀਂ। ਜਿਵੇਂ ਜਿਵੇਂ ਕਰਮਾਂ ਦੀ ਮੈਲ ਉਤਰੇਗੀ, ਨੋਟ ਕਰਨਾ ਹੈ ਪੁਆਇੰਟ, ਇਸ ਸਤਸੰਗ ਦਾ ਨਿਚੋੜ ਹੈ। ਜਿਵੇਂ ਜਿਵੇਂ ਕਰਮਾਂ ਕੀ ਮੈਲ ਉਤਰੇਗੀ, ਤੁਹਾਨੂੰ ਆਪਣੇ ਆਪ ਗਿਆਨ ਆਉਂਦਾ ਜਾਏਗਾ, ਆਪਣੇ ਆਪ ਗਿਆਨ ਆਉਂਦਾ ਜਾਏਗਾ ਕਿ ਮੈਂ ਤੋ ਬ੍ਰਹਮ ਹੂੰ। ਬ੍ਰਹਮ ਗਿਆਨੀ ਕਿਉਂ ਕਹਿੰਦੇ ਆ? ਜਿਨਨੇ ਬ੍ਰਹਮ ਨੂੰ ਜਾਣ ਲਿਆ। ਕਿਹੜੇ ਬ੍ਰਹਮ ਨੂੰ? ਆਕਾਸ਼ ਮੰਡਲ, ਸਮੁੰਦਰ, ਪਾਣੀ, ਧਰਤੀ, ਪਤਾਲ 'ਚ ਬੈਠਾ ਜੋ? ਨਹੀਂ, ਜੋ ਸਾਡੇ ਅੰਦਰ ਬੈਠਾ, ਜਿਹਨੂੰ ਗੁਰਬਾਣੀ ਕਹਿੰਦੀ ਹੈ ਮਨ ਹਰ ਜੀ ਤੇਰੇ ਨਾਲ ਹੈ। ਹਰ ਜੀ ਕੌਣ ਹੈ? ਗੁਰਮਤੀ ਰੰਗ ਮਾਣ। ਉਹ ਗੁਰਮਤ ਕਿਵੇਂ ਆਏਗੀ? ਸਾਧਨਾ ਨਾਲ ਆਏਗੀ। ਤੁਸੀਂ ਅੱਜ ਵੀ ਬਾਣੀ ਪੜ੍ਹਦੇ ਹੋ, ਤੁਸੀਂ ਅੰਮ੍ਰਿਤ ਵੇਲੇ ਉੱਠੋ 1 ਵਜੇ, ਇੱਕ ਓਂਕਾਰ ਦੀ ਧੁਨ ਲਾਓ ਅਚੇਤ ਮਨ ਨਾਲ, ਪਹਿਲਾਂ ਬੋਲ ਕੇ ਜਪੋ 2-4 ਮਿੰਟ, ਫਿਰ ਉਹਦੀ ਅਚੇਤ ਮਨ ਨਾਲ ਧੁਨ ਬਣਾਓ। ਉਹਦੀ ਧੁਨ ਬਣਾ ਕੇ ਉਹਦੇ ਵਿੱਚ ਧਿਆਨ ਲਾਓ। ਜਿਹਨੂੰ ਗੁਰਬਾਣੀ ਕਹਿੰਦੀ ਹੈ ਧੁਨ ਮੈਂ ਧਿਆਨ, ਉਸ ਧੁਨ ਦੇ ਵਿੱਚ ਧਿਆਨ ਲਾਓ। ਧਿਆਨ ਮੈਂ ਜਾਣਿਆ, ਫਿਰ ਉਸ ਧਿਆਨ ਦੇ ਵਿੱਚ ਤੁਹਾਨੂੰ ਸਾਰਾ ਪਰਦਾ ਚੁੱਕਿਆ ਜਾਏ, ਸਾਰੀ ਫਿਲਮ ਪਤਾ ਲੱਗ ਜਾਏ, ਸਾਰਾ ਭੇਤ ਖੁੱਲ ਜਾਏ। ਇੱਕੋ ਦਿਨ ਨਹੀਂ ਖੁੱਲਣਾ। ਤੁਸੀਂ ਕਹੋ ਅੱਜ ਬੈਠੇ ਤੇ ਅੱਜ ਹੀ ਖੁੱਲ ਜਾਏ, ਨਹੀਂ। ਜਿਵੇਂ ਸਫ਼ਰ ਕਰੀਦਾ ਨਾ, ਆਪਾਂ ਇੱਥੋਂ ਹਰਿਮੰਦਰ ਦੇ ਦਰਸ਼ਨ ਲਈ ਅੰਮ੍ਰਿਤਸਰ ਜਾਣਾ ਹੋਵੇ ਦਿੱਲੀੋਂ, ਤੇ ਆਪਾਂ ਹੌਲੀ ਹੌਲੀ ਤੁਰੀਏ। ਪਹਿਲਾਂ ਦਿੱਲੀ ਦਾ ਬਾਰਡਰ ਲੰਘਾਂਗੇ, ਅੱਗੋਂ ਹਰਿਆਣਾ ਆ ਜਾਂਦਾ, ਅੱਗੋਂ ਲੰਘਾਂਗੇ ਕਰਨਾਲ ਆ ਗਿਆ, ਪਾਣੀਪਤ ਲੰਘ ਗਿਆ। ਹੌਲੀ 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 ਤੁਰਿਆ ਤੁਰਿਆ ਜਾਂਦੇ ਆ, ਫਿਰ ਮੀਲ ਪੱਥਰ ਦੱਸਦੇ ਜਾਂਦੇ ਨੇ। ਅੰਮ੍ਰਿਤਸਰ 200 ਕਿਲੋਮੀਟਰ, ਅੰਮ੍ਰਿਤਸਰ 100 ਰਹਿ ਗਿਆ। ਜਦੋਂ ਤੁਸੀਂ ਜੰਡਿਆਲਾ ਲੰਘ ਜਾਓਗੇ, ਨੇੜੇ ਆ ਜਾਏਗਾ। ਫਿਰ ਤੁਹਾਨੂੰ ਜਿਹੜੇ ਸ੍ਰੀ ਦਰਬਾਰ ਸਾਹਿਬ ਤੇ ਲਾਈਟਾਂ ਪੈਂਦੀਆਂ ਨਾ, ਰਾਤ ਨੂੰ ਜਗਦੀਆਂ ਨੇ, ਉਹ ਜਦੋਂ ਅਸਮਾਨ ਚੋਂ ਵੇਖੋਗੇ ਤੇ ਉੱਥੇ ਇੱਕ ਵੱਡੀ ਸਾਰੀ ਲੋ ਵਿਖੇਗੀ। ਦੂਰੋਂ ਪਤਾ ਲੱਗਣ ਲੱਗ ਜਾਂਦਾ, ਮੀਲ ਪੱਥਰ ਦੱਸਦੇ ਨੇ। ਜਦੋਂ ਮੰਜ਼ਿਲ ਨੇੜੇ ਆ ਜਾਏ ਤੇ ਪਤਾ ਲੱਗਦਾ ਹੈ ਇਹ ਤਾਂ ਦੁਨਿਆਵੀ ਹੈ, ਪਰ ਇੱਕ ਤੁਹਾਡੇ ਅੰਦਰ ਵੀ ਹਰਿਮੰਦਰ ਹੈ। ਇਸ ਪਿੰਡ ਦੇ ਵਿੱਚ ਵੀ ਇੱਕ ਮੰਦਿਰ ਹੈ। ਉਹ ਮੰਦਿਰ ਕੀ ਹੈ? ਤੁਹਾਡੀ ਜੋਤ। ਉਹ ਕੌਣ ਹੈ? ਬ੍ਰਹਮ। ਉਹ ਕੌਣ ਹੈ? ਖੁਦ ਮਾਲਕ। ਉਸ ਮਾਲਕ ਦੀ ਜੋਤ। ਮੈਂ ਪਹਿਲਾਂ ਕਿਹਾ ਸੀ, ਇੱਕ ਕਿਰਨ, ਸੂਰਜ ਦੀ ਕਿਰਨ, ਜਦੋਂ ਉਹਨੂੰ ਪੁੱਛੀਏ ਤੂੰ ਕੌਣ ਹੈ, ਤੇਰਾ ਸਾਈਂ ਕੌਣ ਹੈ, ਉਹ ਕਹਿੰਦੀ ਮੇਰਾ ਸਾਈਂ ਸੂਰਜ। ਸੂਰਜ ਨੂੰ ਪੁੱਛੀਏ ਕਿਰਨ ਕੌਣ ਹੈ, ਉਹ ਕਹਿੰਦੀ ਮੇਰਾ ਅੰਸ਼ ਹੈ, ਮੇਰੀ ਬੰਸ ਹੈ। ਇਹ ਕਿਰਨ ਮੇਰੀ ਅੰਸ਼ ਹੈ, ਇਹ ਮੇਰਾ ਰੂਪ ਹੈ। ਇਵੇਂ ਮਾਲਕ ਦਾ ਰੂਪ, ਉਹ ਜੋਤ, ਉਹ ਕਿਰਨ, ਉਹ ਪਾਵਰ, ਉਹ ਸ਼ਕਤੀ, ਉਹ ਬ੍ਰਹਮ ਤੁਹਾਡੇ ਅੰਦਰ ਬਿਰਾਜਮਾਨ ਹੈ। ਇਹਨੂੰ ਕੇਵਲ ਮਨੁੱਖਾ ਜਾਮੇ ਦੇ ਵਿੱਚ ਹੀ ਸਮਝਿਆ ਜਾ ਸਕਦਾ ਹੈ। ਕਿਸੇ ਹੋਰ ਜੋਨੀ ਚ ਸੋਝੀ ਨਹੀਂ ਹੁੰਦੀ ਕਿ ਮੇਰੇ ਅੰਦਰ ਬ੍ਰਹਮ ਹੈ। ਇਸ ਕਰਕੇ ਇਹਨੂੰ ਵਾਰੀ ਕਿਹਾ, ਇਹਨੂੰ ਦਰਵਾਜ਼ਾ ਕਿਹਾ ਹੈ। ਮਿਲ ਜਗਦੀਸ਼। ਜਗਦੀਸ਼ ਕੌਣ ਹੈ? ਅਰਥ ਤਾਂ ਤੁਸੀਂ ਬੜੇ ਸੁਣੇ ਨੇ। ਕਿੱਥੇ ਰਹਿੰਦਾ ਜਗਦੀਸ਼?
ਮਾਰ ਇੱਥੇ ਖਾ ਜਾਂਦੇ ਹੋ ਜਦੋਂ ਅਸਮਾਨ ਵੱਲ ਨੂੰ ਵੇਖਣ ਲੱਗ ਜਾਂਦੇ ਹੋ, ਜਗਦੀਸ਼ ਅਸਮਾਨ 'ਚ ਰਹਿੰਦਾ। ਮਾਰ ਇੱਥੇ ਖਾ ਜਾਂਦੇ ਹੋ ਜਦੋਂ ਕੋਈ ਉਹਦੀ ਵਿਸ਼ੇਸ਼ ਸੰਸਾਰ ਦੇ ਉੱਤੇ ਜਗ੍ਹਾ ਬਣਾ ਲੈਂਦੇ ਹੋ, ਜਦੋਂ ਰੱਬ ਦਾ ਟਿਕਾਣਾ ਆਪਦੇ ਮਨੋ ਮਨ ਦੇ ਵਿੱਚ ਕਿਤੇ ਬਦਲਾਂ ਦੇ ਵਿੱਚ ਕਿਸੇ ਅਸਮਾਨ 'ਚ ਕਿਤੇ ਸੱਤਵੇਂ ਅਸਮਾਨ ਦੇ ਵਿੱਚ ਬਣਾ ਲੈਂਦੇ ਹੋ। ਤੁਸੀਂ ਉਸ ਕਿਰਨ ਨਾਲ ਜੁੜੋ, ਉਹ ਕਿਰਨ ਤੁਹਾਨੂੰ ਆਪੇ ਬ੍ਰਹਮ ਤੱਕ, ਆਪੇ ਸੂਰਜ ਤੱਕ ਲੈ ਜਾਏਗੀ। ਐਵੇਂ ਤੁਸੀਂ ਰੱਬ ਨੂੰ ਕਿੱਥੇ ਲੱਭਦੇ ਫਿਰੋਗੇ? ਤੁਸੀਂ ਉਹ ਜਿਹੜਾ ਤੁਹਾਡੇ ਅੰਦਰ ਬ੍ਰਹਮ ਹੈ, ਉਹ ਮਾਲਕ ਦੀ ਜੋਤ ਹੈ, ਤੁਸੀਂ ਉਹਦੇ ਨਾਲ ਜੁੜੇ ਹੋ, ਤੁਹਾਨੂੰ ਆਪੇ ਮਾਲਕ ਤੱਕ ਲੈ ਜਾਏਗੀ। ਜਦੋਂ ਮਾਲਕ ਦੀ ਹੋਂਦ ਹੈ, ਮਾਲਕ ਦੀ ਜੋਤ ਹੈ, ਜਿਵੇਂ ਕਿ ਸੂਰਜ ਦੀ ਕਿਰਨ ਤਾਕਤ ਰੱਖਦੀ ਹੈ ਆਪਣੇ ਆਪ ਨੂੰ ਕਹਿਣ ਦੀ ਕਿ ਮੈਂ ਸੂਰਜ ਹਾਂ, ਮੈਂ ਸੂਰਜ ਦੀ ਵੰਸ਼ ਹਾਂ, ਤੇ ਸੂਰਜ ਕਹਿੰਦਾ ਇਹ ਮੇਰੀ ਹੈ। ਹੁਣ ਕਿਰਨ ਨੂੰ ਤੇ ਸੂਰਜ ਨੂੰ ਲੱਗ ਕਰ ਲਓਗੇ? ਨਹੀਂ ਹੁੰਦੀ, ਨਹੀਂ ਹੁੰਦੀ। ਉਹ ਕਿਰਨ ਕਿਰਨ ਨਾ ਰਹੇਗੀ। ਇੱਕ ਅਸੀਂ ਖੂਹ ਖੱਟ ਲੈਨੇ ਆ, ਉਹ ਖੂਹ ਥੱਲੇ ਸਮੁੰਦਰ ਨਾਲ ਜਾ ਜੁੜਦਾ ਹੈ। ਉਸ ਖੂਹ ਨੂੰ ਅਸੀਂ ਪੁੱਛੀਏ ਤੂੰ ਕੌਣ ਹੈ, ਉਹ ਕਹਿੰਦਾ ਮੈਂ ਇੱਕ ਸਮੁੰਦਰ ਦਾ ਹਿੱਸਾ। ਸਮੁੰਦਰ ਨੂੰ ਕਹੀਏ ਇਹ ਖੂਹ ਕੌਣ ਹੈ, ਉਹ ਕਹਿੰਦਾ ਇਹ ਮੇਰਾ ਰਾਹ ਹੈ, ਮੇਰਾ ਰਸਤਾ ਹੈ, ਇਹ ਮੇਰੇ ਤੱਕ ਲਿਆਉਣ ਦਾ ਸਾਧਨ ਹੈ। ਤੁਹਾਡੇ ਅੰਦਰ ਮਾਲਕ ਦੀ ਜੋਤ ਉਸ ਸਮੁੰਦਰ ਤੱਕ ਜਾਣ ਦਾ ਰਸਤਾ ਹੈ। ਉਹ ਪਰਮਾਤਮਾ ਦੀ ਜੋਤ ਹੈ ਤੁਹਾਡੇ ਅੰਦਰ, ਇਹਨੂੰ ਜਾਣੋ। ਜਦੋਂ ਉਹਨੂੰ ਜਾਣਨ ਲਈ ਤੁਰੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਅਸੀਂ ਤਾਂ ਸਾਰਾ ਜੀਵਨ ਐਵੇਂ ਪੰਜਾਂ ਦੇ ਪਿੱਛੇ ਗਵਾਤਾ। ਅਸੀਂ ਤੇ ਸਰੀਰ ਨੂੰ ਮੈਂ ਸਮਝਦੇ ਰਹੇ, ਅਸੀਂ ਤਾਂ ਇਹ ਸਰੀਰ ਨੂੰ ਪਾਲਦੇ ਪੋਸਦੇ, ਇਹਨੂੰ ਸੋਹਣਾ ਕਰਦੇ, ਇਹਨੂੰ ਲਿੰਬਦੇ, ਇਹਨੂੰ ਪੋਚਦੇ, ਇਹਨੂੰ ਸੁਗੰਧੀਆਂ ਲਾਉਂਦੇ ਥੱਕ ਗਏ। ਅਸੀਂ ਅੰਦਰ ਬੈਠੇ ਮਾਲਕ ਦੀ ਜੋਤ ਨੂੰ ਤਾਂ ਦੇਖਿਆ ਹੀ ਨਹੀਂ, ਉਹਦੇ ਤੱਕ ਤਾਂ ਪਹੁੰਚੇ ਹੀ ਨਹੀਂ, ਕੋਸ਼ਿਸ਼ ਹੀ ਨਹੀਂ। ਅਸੀਂ ਤਾਂ ਪਰਮਾਤਮਾ ਦੇ ਦਿੱਤੇ ਹੋਏ ਜਿਹੜੇ ਸਾਧਨ ਸੀ ਉਹਨਾਂ ਦੀ ਦੁਰਵਰਤੋਂ ਦੇ ਵਿੱਚ ਹੀ ਜੀਵਨ ਗਵਾ ਦਿੱਤਾ। ਜਿਹੜੀ ਮਾਲਕ ਨੇ ਜੋਤ ਦਿੱਤੀ ਉਹਨੂੰ ਜਾਣਿਆ ਨਹੀਂ। ਜਿਹੜੇ ਜੀਵਨ ਦੇ 5 ਸਾਧਨ ਦਿੱਤੇ, ਜਿਹੜੇ 5 ਇੰਦਰੇ ਦਿੱਤੇ, ਉਹਨਾਂ ਦੇ ਵਿੱਚ ਹੀ ਬਹਿ ਗਏ। ਅੱਖਾਂ ਨਾਲ ਅੱਖਾਂ ਵੇਖਣਾ ਥੱਕੀਆਂ, ਇਹ ਰੰਗ ਤਮਾਸ਼ੇ। ਅੱਖਾਂ ਰੰਗ ਤਮਾਸ਼ੇ ਵੇਖ ਕੇ ਨਹੀਂ ਥੱਕੀਆਂ। ਕੰਨ ਆਉਦੀ ਵਡਿਆਈ ਤੇ ਲੋਕਾਂ ਦੀ ਨਿੰਦਿਆ ਸੁਣਦੇ ਨਹੀਂ ਥੱਕੇ। ਨੱਕ ਸੁਗੰਧੀਆਂ ਲੈਂਦਾ ਨਹੀਂ ਥੱਕਿਆ। ਸਰੀਰ ਸਪਰਸ਼ ਕਰਦਾ ਕਰਦਾ ਅੱਜ ਹੋਰ ਤੇ ਕੱਲ ਹੋਰ, ਤੇ ਰਸਨਾ ਨਿੰਦਿਆ ਕਰਦੀ ਨਾ ਥੱਕੀ। ਇਹਦੇ ਕੋਲੋਂ ਜਿੰਨਾ ਝੱਕ ਮਾਰੀ ਗਈ ਹੈ ਮੂੰਹ ਨੇ ਮਾਰੀ। ਮਿਲੇ ਕਾਹਦੇ ਵਾਸਤੇ ਸੀ? ਤੁਸੀਂ ਆਨੰਦ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹੋ। ਮੇਰੇ ਤੀਜੇ ਪਾਤਸ਼ਾਹ ਨੇ ਬੜਾ ਵਿਚਾਰ ਕੇ, ਬੜਾ ਖੋਲ ਕੇ ਗੱਲ ਨੂੰ ਦੱਸਿਆ ਹੈ। ਇਹ ਸਰਵਣੋ ਮੇਰੇ ਓ ਸੱਚ ਸੁਣਨੇ ਨੂੰ ਬਿਠਾਈ, ਸਰੀਰ ਲਾਏ ਸੁਣੋ ਸਤ ਬਾਣੀ। ਸਤ ਬਾਣੀ ਦਾ ਕੀ ਅਰਥ ਹੈ? ਜਿੰਨਾ ਵੀ ਸੱਚ ਹੈ ਉਹ ਸੁਣੋ। ਕਿਸੇ ਗੁਰੂ ਦਾ ਜੀਵਨ ਪੜ੍ਹਦਿਆਂ ਪੜ੍ਹਦਿਆਂ ਤੁਹਾਡੇ ਅੰਦਰ ਚਾਹ ਪੈਦਾ ਹੋ ਜਾਏ ਆਪਦਾ ਜੀਵਨ ਨੂੰ ਬਦਲਣ ਦਾ। ਕਿਸੇ ਸਿੱਖ ਦਾ ਜੀਵਨ ਪੜ੍ਹਦਿਆਂ ਪੜ੍ਹਦਿਆਂ ਤੁਹਾਡੇ ਅੰਦਰ ਚਾਹ ਪੈਦਾ ਹੋ ਜਾਏ, ਉਹ ਪੈਦਾ ਹੋਇਆ। ਹੁਣ ਤੁਸੀਂ ਧੰਨੇ ਭਗਤ ਦਾ ਹੁਣ ਤੁਸੀਂ ਪੁਰਬ ਮਨਾਇਆ। ਉਹ ਕਹਿੰਦਾ ਮੈਂ ਜਦੋਂ ਵੇਖਿਆ ਜਿਹੜਾ ਘਰ ਘਰ ਦੇ ਵਿੱਚ ਨਾਈ ਸੁਨੇਹ ਲਾਉਂਦਾ ਸੀ, ਰਵਿਦਾਸ ਜੋ ਜੁੱਤੀਆਂ ਗੰਢਦਾ ਸੀ, ਭਾਵ ਆਪਦਾ ਇਹ ਕਿੱਤਾ ਕਰਦਾ ਸੀ, ਜਦੋਂ ਮੈਂ ਵੇਖੀ ਸਾਰੇ ਰੱਬ ਨਾਲ ਜੁੜ ਗਏ। ਕਹਿੰਦੇ ਇਹ ਬਿਦ ਦੇਖ ਕੇ ਜਾਟੜੋ ਉੱਠ ਭਗਤੀ ਲੱਗਾ। ਉਹ ਕਹਿੰਦਾ ਮੈਨੂੰ ਜੱਟ ਨੂੰ ਵੀ ਫਿਰ
ਛੌਂਕ ਚੜ ਗਿਆ, ਅੰਦਰ ਜਾਗ ਗਿਆ, ਕਹਿੰਦਾ ਮੈਂ ਵੀ ਕਿਹਾ ਮੈਂ ਵੀ ਰੱਬ ਤੋਂ ਕਿਉਂ ਪਿੱਛੇ ਰਹਿ ਜਾ, ਮੈਂ ਵੀ ਅੰਦਰ ਬੈਠੇ ਮਾਲਕ ਨੂੰ ਕਿਉਂ ਨਾ ਮਿਲਾਂ। ਕੋਈ ਵੀ ਐਸਾ ਸਾਧਨ, ਕੋਈ ਵੀ ਸੰਤ ਮਹਾਂਪੁਰਸ਼ ਸਤਿਪੁਰਸ਼ ਤੁਹਾਨੂੰ ਤੁਹਾਡੇ ਅੰਦਰ ਨਾਲ ਜੋੜੇ, ਤੁਹਾਨੂੰ ਤੁਹਾਡੇ ਬ੍ਰਹਮ ਤੱਕ ਲਿਜਾਣ ਦੀ ਗੱਲ ਕਰੇ, ਉਹਦੀ ਗੱਲ ਜ਼ਰੂਰ ਸੁਣੋ, ਉਹਦੀ ਸੁਣੋ। ਆਪੇ ਤੁਹਾਡੇ ਤੋਂ ਇਹ ਕੰਮ ਨਹੀਂ ਹੋਣਾ। ਗਿਆਨੀ ਤੁਸੀਂ ਬਣ ਜਾਓਗੇ, ਕਥਾਵਾਚਕ ਬਣ ਜਾਓਗੇ, ਵਿਆਖਿਆ ਬੜੀ ਸੋਹਣੀ ਕਰ ਲਓਗੇ, ਸਭ ਕੁਝ ਕਰ ਲਓਗੇ, ਪਰ ਜਿਹਨੇ ਲਾਹੌਰ ਵੇਖਿਆ ਉਹੀ ਲਾਹੌਰ ਦੀਆਂ ਗਲੀਆਂ ਚੋਂ ਤੁਹਾਨੂੰ ਲੈ ਕੇ ਲੰਘੇਗਾ। ਜਿਹਨੇ ਪਿਸ਼ੌਰ ਵੇਖਿਆ ਉਹੀ ਲੈ ਕੇ ਜਾਏਗਾ। ਇਹ ਬੜੀ ਵਿੰਗੇ ਟੇਢੇ ਰਾਹ ਨੇ ਜਿਹਦੇ ਚ ਬੜੀਆਂ ਔਕੜਾਂ ਆਉਂਦੀਆਂ ਨੇ। ਇਹ ਵਾਲੋਂ ਨਿੱਕੀ ਖੰਨਿਓ ਤਿੱਖੀ ਇਤ ਮਾਰਗ ਜਾਣਾ, ਇਹਦੇ ਵਾਸਤੇ ਕੋਈ ਸੰਤ ਸਾਧੂ ਚਾਹੀਦਾ ਜਿਹੜਾ ਨਾਲ ਸਫਰ ਕਰਾਵੇ। ਜੁੜੋ, ਪਰਮੇਸ਼ਰ ਨਾਲ ਜੁੜੋ, ਰੱਬ ਨਾਲ ਜੁੜੋ। ਅੰਦਰ ਬੈਠੀ ਮਾਲਕ ਦੀ ਜੋਤ ਤੁਹਾਨੂੰ ਆਵਾਜ਼ਾਂ ਮਾਰੀ, ਆਓ ਸਿੱਖ ਸਤਿਗੁਰ ਕੇ ਪਿਆਰਿਓ, ਗਾਓ ਸੱਚੀ ਬਾਣੀ। ਇਹ ਸੱਚੀ ਬਾਣੀ ਕਿਉਂ ਕਿਹਾ ਹੈ? ਇਹ ਤੁਹਾਨੂੰ ਸੱਚ ਤੱਕ ਲੈ ਜਾਏਗੀ। ਪਰ ਜੇ ਤੁਸੀਂ ਪੜਨ 'ਚ ਹੀ ਮਸਰੂਫ ਰਹੇ, ਤੁਸੀਂ ਕੇਵਲ ਇਹਨੂੰ ਪੜ੍ਹਦੇ ਹੀ ਰਹੇ ਤੇ ਸਫ਼ਰ ਨਾ ਸ਼ੁਰੂ ਕੀਤਾ ਨਾ। ਬਾਣੀ ਨਾਲ ਪ੍ਰੇਮ ਕਰਨ ਵਾਲਾ ਲੋਕ, ਬਾਣੀ ਨਾਲ ਪ੍ਰੇਮ ਕਰਨ ਵਾਲਾ ਸਿੱਖ, ਬਾਣੀ ਨਾਲ ਪ੍ਰੇਮ ਕਰਨ ਵਾਲਾ ਇਨਸਾਨ ਉਹ ਹੈ ਜਿਹੜਾ ਬਾਣੀ ਦੀ ਮੰਨ ਕੇ ਤੁਰ ਪਵੇ। ਜਿਹੜਾ ਕਹੇ ਮੈਂ ਪ੍ਰੇਮ ਤਾਂ ਤੇਰੇ ਨਾਲ ਬੜਾ ਕਰਦਾ ਪਰ ਗੱਲ ਮੈਂ ਤੇਰੀ ਨਹੀਂ ਮੰਨਦਾ, ਉਹ ਕਾਹਦਾ ਪ੍ਰੇਮੀ ਹੋਇਆ ਪਿਆ? ਤੁਹਾਡੇ ਨਾਲ ਕੋਈ ਪ੍ਰੇਮ ਕਰਦਾ ਹੋਵੇ ਤੇ ਤੁਹਾਨੂੰ, ਤੁਸੀਂ ਉਹਨੂੰ ਕਹੋ ਵੀ ਆ ਇੰਜ ਨਹੀਂ ਤੇ ਇੰਜ ਕਰ ਲੈ, ਉਹ ਕਹੇ ਨਹੀਂ ਭਾਈ ਮੈਂ ਇਵੇਂ ਨਹੀਂ ਕਰ ਸਕਦਾ, ਤੇ ਕਾਹਦਾ ਪ੍ਰੇਮੀ ਹੋਇਆ? ਪ੍ਰੇਮੀ ਉਹ ਹੈ ਜਿਹੜਾ ਇਹ ਕਹੇ ਚਲਾਗਾ ਉੱਠ, ਹਰ ਅਰਾਧ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਯਾਦ ਵਿੱਚ ਜੁੜ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਏ। ਅੰਮ੍ਰਿਤ ਵੇਲੇ ਉੱਠ ਕੇ ਬੰਦਗੀ 'ਚ ਜੁੜੇ, ਲੀਨ ਹੋਵੇ, ਸਾਧਨਾ ਕਰੇ, ਸ਼ਬਦ ਤੇ ਸੁਰਤ ਜੋੜੇ, ਅੰਦਰ ਆਪਣੇ ਹਰੀ ਦੀ ਖੋਜ ਕਰੇ, ਪਰਮੇਸ਼ਰ ਦੀ ਖੋਜ ਕਰੇ, ਗਹਿਰਾਈ 'ਚ ਜਾਏ, ਬੁਰਾਈਆਂ ਤੋਂ, ਸੰਸਾਰ ਤੋਂ ਖਹਿੜਾ ਛਡਾ ਕੇ ਹਰ ਚਿੱਤ ਮੈਂ ਜੁੱਧ ਵਿਚਾਰਾ ਹੈ, ਆਪਣੇ ਅੰਦਰੋਂ ਅੰਦਰੀ ਚਿੱਤ ਨਾਲ ਜੁੱਧ ਕਰਕੇ ਆਪਣੀ ਵਸਤ ਤੱਕ ਪਹੁੰਚੇ। ਅੱਜ ਦੀਆਂ ਬੇਨਤੀਆਂ ਇੱਥੇ ਹੀ ਸਮਾਪਤ ਨੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਾਰੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।